ठीक है जी, रिकॉर्डिंग शुरू हो गई। ਤੇ ਅੱਜ ਜਿਹੜਾ ਅਸੀਂ ਸੋਚਿਆ ਹੋਇਆ ਸੀ ਉਹ ਇਸ ਤਰ੍ਹਾਂ ਵੇ ਕਿ ਇੱਕ ਤੇ ਅਸੀਂ ਦੇਖੀਏ ਕਿ ਪਿਛਲੀ ਕਲਾਸ 'ਚ ਕੀ ਕੀਤਾ, ਔਰ ਦੂਸਰਾ ਅਸੀਂ ਦੇਖੀਏ ਕਿਉਂਕਿ ਅਸੀਂ ਚੱਲ ਰਹੇ ਹਾਂ ਜਿਹੜੀਆਂ ਲੱਗਾ ਮਾਤਰਾ ਨੇ ਅਲਾਮਤਾਂ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਉਹਦੇ ਤੇ ਵਰਕਿੰਗ ਕਰ ਰਹੇ ਹਾਂ। ਬਹੁਤ ਹੀ ਮਤਲਬ ਦੇਖੋ ਜਿਹੜੀਆਂ ਮੇਜਰ ਨੇ ਨਾ ਬੜੀਆਂ ਉਹ ਤੇ ਅਸੀਂ ਕਵਰ ਕਰ ਚੁੱਕੇ ਹਾਂ। ਜਿਹੜੀਆਂ ਜ਼ਿਆਦਾ ਵਰਤੋਂ ਵਿੱਚ ਆਉਂਦੀਆਂ ਨੇ ਉਹ ਜ਼ੇਰ ਜ਼ਬਰ ਹੈ, ਪੇਸ਼ ਹੈ, ਵਾਓ ਹੈ, ਨੂਨ ਗੁੰਨਾ ਹੈ, ਲਿਖੀ ਹੈ, ਵੱਡੀ ਹੈ, ਇਹ ਜਿਹੜੀਆਂ ਆਵਾਜ਼ਾਂ ਨੇ। ਤੇ ਅੱਗੇ ਅੱਜ ਅਸੀਂ ਸ਼ਬਦ ਵੀ ਪੜਾਂਗੇ। ਬਾਕੀ ਕੁਝ ਐਸੀਆਂ ਅਲਾਮਤਾਂ ਨੇ ਜਿਹੜੀਆਂ ਘੱਟ ਵਰਤੋਂ ਵਿੱਚ ਆਉਂਦੀਆਂ ਨੇ, ਖਾਸ ਤੌਰ ਤੇ ਜਿਹੜੇ ਸਾਡੇ ਲੋਕਲ ਪੰਜਾਬੀ ਲਫ਼ਜ਼ ਨੇ ਉਹਨਾਂ ਦੇ ਵਿੱਚ ਘੱਟ ਵਰਤੋਂ ਵਿੱਚ ਆਉਂਦੀਆਂ ਨੇ। ਉਹਨਾਂ ਦੀ ਜ਼ਿਆਦਾਤਰ ਬੈਕਗਰਾਉਂਡ ਅਰੈਬਿਕ ਵਰਡਸ ਨੇ, ਉਹ ਅਰਬੀ ਨੇ, ਅਰਬੀ ਲਫ਼ਜ਼ਾਂ ਨਾਲ ਹੀ ਆਉਂਦੀਆਂ ਨੇ। ਬਾਅਦ ਔਕਾਤ ਅਕਸਰ ਤੇ ਉਹ ਪਰਸ਼ੀਅਨ ਲਫ਼ਜ਼ਾਂ ਨਾਲ ਵੀ ਨਹੀਂ ਆਉਂਦੀ, ਲੇਕਿਨ ਉਹ ਲਫ਼ਜ਼ ਤੁਹਾਨੂੰ ਸ਼ਾਹਮੁਖੀ ਦੇ ਵਿੱਚ ਮਿਲਣਗੇ, ਭਾਵੇਂ ਉਹ ਥੋੜ੍ਹੇ ਨੇ, ਭਾਵੇਂ ਉਹ ਘੱਟ ਮਿਲੇ, ਲੇਕਿਨ ਉਹ ਮਿਲਣਗੇ। ਹੁਣ ਇਸ ਤਰ੍ਹਾਂ ਉਸ ਲਫ਼ਜ਼ ਸਾਹਮਣੇ ਆ ਜਾਵੇ ਤੇ ਕਨਫਿਊਜ਼ਨ ਨਾ ਹੋਵੇ, ਉਹਨੂੰ ਅਸੀਂ ਪੜ੍ਹ ਸਕੀਏ, ਲਿਆਦਾ ਉਹ ਅਸੀਂ ਅਲਾਮਤਾਂ ਵੀ ਦੇਖ ਲਈਏ, ਭਾਵੇਂ ਉਹ ਬਹੁਤ ਘੱਟ ਵਰਤੋਂ ਵਿੱਚ ਆਉਂਦੀਆਂ ਨੇ, ਲੇਕਿਨ ਅਸੀਂ ਦੇਖ ਜ਼ਰੂਰ ਲਈਏ। ਇੱਕ ਅਸੀਂ ਉਹ ਦੇਖੀਏ ਤੇ ਫਿਰ ਅਸੀਂ ਬ੍ਰੇਕ ਕਰਾਂਗੇ, ਔਰ ਬ੍ਰੇਕ ਦੇ ਬਾਅਦ ਫਿਰ ਅਸੀਂ ਰੀਡਿੰਗ ਕਰ ਲਈਏ ਕੁਝ ਜਿਹੜੀ ਅਸੀਂ ਸ਼ੇਅਰ ਕੀਤੀ ਸੀ। ਠੀਕ ਹੈ, ਠੀਕ ਹੈ। ਅੱਛਾ, ਮੈਂ ਹੁਣ ਅਸੀਂ ਦੇਖਦੇ ਹਾਂ, ਚੱਲਦੇ ਹਾਂ ਅਸੀਂ ਪੁਰਾਣੇ ਲੈਸਨ ਵੱਲ। मैं करा स्क्रीन शेयर। स्क्रीन आ गई जी? ਇਹ ਸਾਡੀ ਪਿਛਲੀ ਕਲਾਸ ਦਾ ਜੀ ਇਹੋ ਹੀ ਹੈ ਨਾ? ਇਹ ਕੀਤੀ ਸੀ ਜੀ ਅਰਨੂਨ, ਹੈ ਨਾ? ਹਾਂ, ਨੂਨ ਅਸੀਂ ਨੂਨ ਗੁੰਨਾ ਕੀਤਾ ਸੀ। ਨੂਨ ਗੁੰਨਾ ਦੱਸੇ, ਨੂਨ ਗੁੰਨਾ ਕੀਤਾ ਸੀ, ਨੇਜ਼ਲ ਆਵਾਜ਼ ਜਿਹੜੀ ਹੈ। ਔਰ ਇੱਕ ਚੀਜ਼ ਹੋਰ ਵੀ ਨਾਲ, ਇਹ ਖਾਸ ਤੌਰ ਤੇ ਉਹ ਆਵਾਜ਼ ਜਿਹੜੀ ਬਿੰਦੀ ਦੀ ਆਵਾਜ਼ ਹੈ, ਹਾਂਜੀ, ਹੈ ਨਾ? ਬਿੰਦੀ ਦੀ ਆਵਾਜ਼ ਇਹ ਨੂਨ। ਜਾਂ, ਮਾਂ, ਕਾਂ, ਕਾਂ, ਗਰਾਂ, ਮੁਹਾਰਾਂ, ਤਾਰਾਂ, ਪੰਜਾਬੀ, ਗੰਦਾ, ਸਾਂਦਲ, ਸਾਂਵਲ, ਕੰਧ, ਮੰਦਾ, ਇਹ ਜਿਹੜੇ ਲਫ਼ਜ਼ਾਂ ਦੇ ਵਿੱਚ ਆਉਂਦੇ। ਮੁੰਡਾ, ਮੁੰਦਰੀ, ਰੰਗ, ਉਮੰਗ, ਜੰਗ, ਇਹ ਲਫ਼ਜ਼ ਨੇ। ਫਿਰ ਅਸੀਂ ਹਮਜ਼ਾ ਕੀਤਾ ਸੀ। ਇਹ ਟ੍ਰਾਂਜ਼ਿਸ਼ਨਲ ਇੱਕ ਜਿਹੜੀ ਹੈ ਨਾ ਉਹ ਹੈ ਤੇ ਟ੍ਰਾਂਜ਼ਿਸ਼ਨਲ ਨਹੀਂ ਕਹਿਣਾ ਚਾਹੀਦਾ, ਇਹ ਹੈ ਕਿ ਕਿਸੇ ਇੱਕ ਕੌਂਸੋਨੈਂਟ ਨੂੰ ਵਾਵਲ ਦੇ ਨਾਲ ਮਿਲਾਵਣ ਦੀ ਜਿਹੜੀ ਹੈ ਨਾ ਜੀ ਇੱਕ ਅਮਲ, ਉਹ ਹੈ ਆਓ, ਜਾਓ, ਕਈ, ਹਾਈ, ਲਾਈ, ਗਏ, ਇਹ ਸਿੰਬਲ ਨੂੰ, ਇਹ ਤੇ ਸਿੰਬਲ ਹਮਜ਼ਾ ਦਾ ਜਿਹੜਾ ਹੈ ਉਹਨੂੰ ਤੁਸੀਂ ਟਾਈਪ ਕਿਵੇਂ ਕਰਦੇ ਹੋ? ਟਾਈਪ ਕਰਨ ਦੇ ਇਹ ਜਿਹੜੇ ਕੀਤੇ ਹੋਏ ਨੇ ਨਾ ਜੀ, ਇਹਦੇ ਵਿੱਚ ਦੋ ਇੱਕ ਸ਼ਕਲਾਂ ਨੇ, ਉਹ ਮੈਂ ਦੱਸਣਾ ਤੁਹਾਨੂੰ। ਇੱਥੇ ਉਹ ਕਿੱਥੋਂ ਆਈਆਂ ਨੇ? ਜਿਹੜਾ ਤੇ ਕਈ ਜਿਹੜੇ ਤੇ ਇਹ ਨਾ ਜੀ, ਇਹ ਇੱਕ ਜਿਹੜੀ ਸ਼ਕਲ ਹੈ ਇਹ, ਔਰ ਇੱਕ ਇਹ ਸ਼ਕਲ ਹੈ, ਉਹ ਮੈਂ ਦੱਸਣਾ। ਇੱਥੇ ਮੈਂ ਨੋਟ ਕੀਤੇ ਸੀ, ਮੇਰਾ ਖਿਆਲ ਹੈ ਕਿ ਮੈਨੂੰ ਛੇਤੀ ਨਜ਼ਰ ਆ ਜਾਣੇ ਚਾਹੀਦੇ ਨੇ। ਹਾਂ, ਤੁਸੀਂ ਕੀਬੋਰਡ ਵੀ ਪੁੱਛਿਆ ਨਾ ਜੀ? ਹਾਂਜੀ ਹਾਂਜੀ। ਅੱਛਾ, ਮੈਂ ਇੱਥੇ ਦੱਸਣਾ। ਚਲੋ ਇਹਦੇ ਅੱਗੇ ਜਾ ਕੇ ਅਸੀਂ ਇੱਥੇ ਇੱਕ ਤੇ ਹੈ ਜੀ ਜਿਹੜਾ 7 ਹੈ ਨਾ, ਨੂਮੈਰੀਕਲ ਡਿਜਿਟ। ਓਕੇ, ਨਹੀਂ, ਮੈਨੂੰ ਨਾ ਇੱਥੋਂ ਮੈਂ ਕਰਨਾ ਪਹਿਲੇ
ਤੋਂ ਇੱਕ 7 ਦੇ ਵਿੱਚ ਸ਼ਿਫਟ 7 ਹੈ ਇਹ ਸ਼ਿਫਟ 7 है खाली 7 नहीं है। अच्छा दूसरा है 4 शिफ्ट 4 तो दिया शक्ल है अच्छा ओके शिफ्ट 7 दी है सी शिफ्ट 4 दी है शक्ल है और यू दी शक्ल है यू ओके 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 ठीक है ये 4-7 वाला ना मेरे को नहीं चल रहा। अच्छा एक होर जे वो हैगा इक्वल साइन नहीं शिफ्ट इक्वल नहीं हाँ वाओ दे उत्ते ऑलरेडी ऑटोमैटिकली पैंदी है जड़ी ये वाओ जड़ा ना जी इक्वल साइन ए वाओ दे उत्ते ऑटोमैटिकली पैंदी है ओदी शक्ल ए बनदी है आओ खाओ ये इक्वल Okay. साइन है इक्वल साइन है और बाकी ऐसे है पाए ने शिफ्ट 4 और शिफ्ट 7 और यू अच्छा यू जड़ा हाँ है की है नहीं ठीक है एन है 7 4 यू और इक्वल साइन एना च ने ਤੁਸੀਂ ਕੀ ਕਹਿ ਰਹੇ ਸੀ ਚੱਲ ਨਹੀਂ ਰਿਹਾ 7 और 4 नहीं मेरा ना U वाला तो चल गया बट 7-4 च ना एक्चुअली 4 and 7 ही लिख दिंदा है। शिफ्ट करें हम हाँ जी शिफ्ट कीते तो अगर शिफ्ट नहीं करो तो फिर एक सेकंड नहीं ओके सो अगर शिफ्ट नहीं कीता ते मतलब नंबर्स लिख रहा हो जिदा उर्दू च नंबर्स होंगे 1 2 3 4 हाँ। अगर शिफ्ट करके लिखो तो अपने रोमन वाले नंबर लिखता है 1 2 3 4 बट ये सिंबल नहीं आ रहे। अच्छा ये हुन पता नहीं कि तुसी कीबोर्ड जड़ा है ये फोनेटिक जेड़ा कीबोर्ड है ना ओदी कुछ गड़बड़ है ये ओदी गड़बड़ी दोबारा कर लेना या फिर इंस्टॉल या मैं मेरे चलो ट्राई करके देखता हूं हो सकता है मेरे वाला खराब हो गए मैं तो लब ले सन ਤੁਹਾਡਾ ਲਿਖ ਰਿਹਾ ਹੈ ਮੇਰਾ ਨਹੀਂ ਲਿਖ ਰਿਹਾ ਮੈਂ ਨਾ ਚੈੱਕ ਕਰਦਾ ਇੱਕ ਵਾਰੀ ਮੈਂ ਦੇਖਦਾ ਇਹਨੂੰ ਛੱਡੋ ਜੇ ਤੇ ਤੁਹਾਡਾ ਹੋਰ ਕੋਈ ਕੀਬੋਰਡ ਹੈ ਨਾ ਤੇ ਫਿਰ ਹੋ ਸਕਦਾ ਹੋ ਕਿਸੇ ਹੋਰ ਕੀਜ਼ ਦੇ ਵਿੱਚ ਇਹ ਹੋਣ ਹਾਂ ਉਹੀ ਮੈਂ ਇੱਕ ਵਾਰ ਚੈੱਕ ਕਰਦਾ ਹੋਣਗੇ ਤੇ ਸਹੀ ਨਾ ਹਾਂਜੀ ਬਿਲਕੁਲ ਹਮਜ਼ਾ ਹੋਏਗਾ ਤੇ ਸਹੀ ਕਿਸੇ ਨਾ ਕਿਸੇ ਸ਼ਕਲ ਦੇ ਵਿੱਚ ਠੀਕ ਹੈ ਨਾ ਜੀ ठीक है अच्छा जी हाँ यह हमजा सी जी ਇਹਦੇ ਨਾਲ ਅਸੀਂ ਲਫ਼ਜ਼ ਬਣਾਏ ਸਨ ਭਾਈ ਹਮਜ਼ਾ ਦੇ ਵਿੱਚ ਨਾ ਇੱਕ ਹੋਰ ਲਫ਼ਜ਼ ਹੈ ਉਹ ਮੈਂ ਬਣਾ ਕੇ ਦੱਸਣਾ ਉਹ ਲਫ਼ਜ਼ ਸ਼ਾਮੁਖੀ ਦੇ ਵਿੱਚ ਦੋ ਤਰ੍ਹਾਂ ਲਿਖਿਆ ਜਾਂਦਾ ਹੈ ਇੱਕ ਤੇ ਜਿਹੜੇ ਪੁਰਾਣੇ ਲੋਕ ਨੇ ਬਿਲਕੁਲ ਜਿਹੜਾ ਸਮਝਦੇ ਨੇ ਕਿ ਸਹੀ ਫੋਨੈਟਿਕ ਦੇ ਮੁਤਾਬਕ ਲਿਖਣਾ ਚਾਹੀਦਾ ਲਫ਼ਜ਼ ਹੈਗਾ ਆਇਆ आया वो इंज लिख दे इस तरह भी लिखा होया मिलेगा और तुहानू इस तरह भी लिखा होया मिलेगा ओके आया हमजा दे नाल ये ओही असूल है जड़ा असूल नहीं कहना चाहिए ये ओही आवाज है जिहड़ी हमजा वाला आया जिहदे नाल लिखा होया ये ओही है जड़ा सियारी ईड़ी दे नाल असीं लिखना है हाँ जी हाँ ये असल दे विच ओही है ना जिस तरह असीं लिखना लेकिन इस तरह भी तुहानू नजर आएगा ये दोवें तरीके नजर आएंगे यह जरा ज्यादा बेहतर तरीका है जड़ा सानू आवाज पूरी तकरीबन दसदा है आया दी नहीं तुसी कह रहे जेड़ा विद हमजा लिखिया वो बेटर है बेटर ते तुहाडा अपना की ख्याल है तुहाडा अपना की ख्याल है
ਹਾਂ ਨਹੀਂ, ਜਿਵੇਂ ਮਤਲਬ ਗੁਰਮੁਖੀ 'ਚ ਜਿਵੇਂ ਲਿਖਦੇ ਆ ਈੜੀ ਨੂੰ ਸਿਆਰੀ ਫਿਰ ਆੜੇ ਨੂੰ ਕੰਨਾ, ਉਸ ਹਿਸਾਬ ਨਾਲ ਤੇ ਉਹੀ ਚਾਹੀਦਾ ਹੈ ਹਮਜ਼ਾ। ਐਗਜ਼ੈਕਟਲੀ, ਕਿਉਂਕਿ ਅਗਰ ਅਸੀਂ ਉਹਦੇ ਕਰੀਏ ਨਾ ਜੀ, उस साउंड दे पार्ट्स देखिए, जो देखिए पार्ट्स देखिए, आ ए आ, ए ना जी बनते आ ए आ, ते सानू आ ए आ लिखना चाहिए। पहले दे विच तकरीबन वो है वे आ ए आ, दूसरे दे विच नहीं है, वो आया है, वो आया है, वो आया है, हाँ ठीक है बस पढ़ लो। ते उर्दू च इंज ही लिखा जाता है, और शाहमुखी च भी इस तरह ही हुण लिखते हैं। ठीक है। ठीक है ना जी। जसप्रीत कह रहे हैं ज्वाइन करना है। हाँ जी, मैं connect ज्वाइन कर कर रहे लिया, सॉरी लेट हो गई आज। ਚਲੋ ਅੱਛਾ, ਅਸੀਂ ਗੱਲ ਕਰ ਰਹੇ ਸਾਂ ਹਮਜ਼ਾ ਦੀ ਜਿਹੜੀ ਇੱਕ ਵਰਤੋਂ ਹੈ ਨਾ ਜੀ, ਅਸੀਂ ਦੇਖ ਰਹੇ ਸਾਂ ਕਿ ਪਿਛਲੀ ਕਲਾਸ ਵਿੱਚ ਕੀ ਕੀਤਾ ਤੇ ਇੱਕ ਲਫ਼ਜ਼ ਹੈਗਾ ਆਇਆ, ਸ਼ਾਹਮੁਖੀ ਚ ਦੋ ਤਰ੍ਹਾਂ ਤੁਹਾਨੂੰ ਲਿਖਿਆ ਹੋਇਆ ਨਜ਼ਰ ਆਏਗਾ। ਇੱਕ ਤੇ ਇਹ ਵੇ ਆ, ਇਹ ਵਿੱਚ ਹਮਜ਼ਾ ਹੈ, ਆ ਦੇ ਬਾਅਦ ਹਮਜ਼ਾ ਹੈ, ਫਿਰ ਇਹ ਵੇ, ਫਿਰ ਅਲਿਫ ਹੈ, ਤੇ ਇੱਕ ਹੈਗਾ ਅਲਮਦਾ ਇਹ ਔਰ ਅਲਿਫ ਦੇ ਵਿੱਚ ਹਮਜ਼ਾ ਨਹੀਂ ਹੈਗਾ। ਹੁਣ ਗੁਰਮੁਖੀ ਦੇ ਵਿੱਚ ਜਿਹੜਾ ਅਸੀਂ ਲਿਖਨੇ ਆ, ਕਿਉਂਕਿ ਜਿਹੜਾ ਲਫ਼ਜ਼ ਹੈ ਦੀ ਸਾਊਂਡ ਦੇਖੀਏ, ਉਹਦੇ ਪਾਰਟਸ ਦੇਖੀਏ ਕਿ ਆ ਏ ਆ, ਅਗਰ ਉਹਨੂੰ ਵੱਖਰੇ ਵੱਖਰੇ ਸਾਊਂਡ ਦੇਖੀਏ ਤੇ ਇਹ ਜਿਹੜਾ ਪਹਿਲਾ ਹੈ ਇਹ ਸਾਨੂੰ ਲੱਗਦਾ ਹੈ ਜ਼ਿਆਦਾ ਉਹਦੇ ਕਰੀਬ ਹੈ, ਤੇ ਇਹ ਵੀ ਨਜ਼ਰ ਆਏਗਾ ਤੁਹਾਨੂੰ ਤੇ ਇਹ ਵੀ ਨਜ਼ਰ ਆਏਗਾ, ਇਹ ਦੋਨੋਂ ਨੇ, ਕਿਉਂਕਿ ਉਰਦੂ ਦੇ ਵਿੱਚ ਆਇਆ ਇੰਜ ਹੀ ਲਿਖਿਆ ਜਾਂਦਾ ਤੇ ਸ਼ਾਹਮੁਖੀ ਦੇ ਵਿੱਚ ਜ਼ਿਆਦਾਤਰ ਇੰਜ ਹੁਣ ਨਜ਼ਰ ਆਉਂਦਾ ਹੈ, लेकिन इस तरह भी ਤੁਹਾਨੂੰ नजर आएगा आया ना हमजा के नाल भी और हमजा के बगैर भी। ए सीजी नून गुन्ना और हमसा। अगे से देखिए आज जो सी करना नून गुन्ना, ये शब्द है, शब्द के बारे कोई है दी पहचान पहले क्यों नहीं दे रहा? शब्द के बारे जान पहचान है किसी दोस्त ਨੂੰ? हाँ जी, थोड़ी थोड़ी ਥੋੜੀ ਹੈ ਜਦੋਂ ਘੱਟ ਆਉਂਦੀ ਹੈ ਨਾ। ਇਸ ਤਰ੍ਹਾਂ फॉर एग्जांपल ਦੱਸੋ। अब्बा, जिस तरह डबल साउंड है, ये डबल साउंड है, ये डबल साउंड है, मतलब ਅਸੀਂ स्ट्रेस देना ਕਿਸੇ ਤੇ, ਇਹ डबल साउंड है। और ਇਹ गुरमुखी ਦੇ ਵਿੱਚ ਜਿਹੜੀ ਅਦਕ ਹੈ ਨਾ, हाँ ये अदक शक्ल, मतलब अगर मैं अब्बा लिखा और ये है कितने, मैंने लगता है नहीं नहीं कितने दे इतने नेड़े ही किधरे, शिफ्ट डब्लू करके देखो। मैं करना शद ऐसे दे अब्बा, ठीक है ना? हाँ जी और लफज डब्बा वो भी इदां ही है। ये नहीं हाँ होना। सेम। रब्बा, ये लफज दसिया हाय रब्बा, रब्बा रब्बा, हाँ हाँ रब, पहले तो रब है ना जी, रब के उत्ते भी असूलन पैनी चाहिए, और असी रब्बा इनू असी रब्बा कर लेना ना। हेलो धक्का, धक्का धक्का, हम देखो ना, इनू पता पढ़ सकते हो ना, या
ਇਹ ਨਾਲ ਵੀ ਪਤਾ ਲਿਖਦੇ ਨੇ, ਦੋਵੇਂ ਤਰੀਕਿਆਂ ਨਾਲ ਲਿਖਦੇ ਨੇ। ਇਹ ਪਰਸ਼ੀਅਨ ਦਾ ਤਰੀਕਾ ਹੈ। ਹੁਣ ਇਹ ਪਤਾ ਜਿਹੜਾ ਹੈ ਇਹਨੂੰ ਅਸੀਂ ਪੱਤਾ ਕਿਵੇਂ ਬਣਾਉਣਾ ਹੈ, ਉਹ ਇੰਜ ਬਣੇਗਾ, ਸ਼ਬਦ ਨਾਲ है ना, शब्द पै जाएगी। ਖੱਟਾ ਸੱਤਾ ਸਾਰੇ ਫੇਸ ਦੀ ਤਰ੍ਹਾਂ ਹੈ। खट्टा जी, खट्टा सट्टा ਤੁਸੀਂ ਦੱਸਿਆ ਸੀ, ਸੱਤਾ ਖੱਟਾ ਤੇ ਪਾਈ ਸੱਤਾ ਜੇ ਕਿਸੇ ਨਾ ਹੋਵੇ ਸਤਨਾਮ ਤੋਂ ਖੱਟਾ ਤੇ ਸੱਟਾ ਵੀ ਤੁਸੀਂ ਦੱਸਿਆ ਸੀ, ਸੱਤਾ ਹਾਂਜੀ ਸੱਟਾ ਤੇ ਨਾਲ ਜੇ ਕਿਸੇ ਨਾ ਹੋਵੇ ਸੱਤਾ ਸਤਨਾਮ ਤੋਂ ਸੱਤਾ ਕਹਿ ਦਿੰਦੇ ਉਹ ਵੀ ਹੈ ਨਾ, ਤੇ ਸੱਤੇ ਪੇ ਸੱਤਾ ਸੱਟਾ ਔਰ ਸੱਤਿਆ ਗਾਣੇ ਵੀ ਤੇ ਤਾਂ ਗਾਣੇ ਲਫ਼ਜ਼ ਚ ਹੈਗਾ ਨਾ ਕਰਨਾ ਹੋਵੇ ਨਹੀਂ ਹਾਂ ਇਹ ਕੀ ਪੈ ਗਿਆ ਸੀ, ਸੱਤਿਆ ਵੀ ਤਾਂ ਲਫ਼ਜ਼ ਹੈਗਾ ਨਾ, सत्या हाँ ਹਾਂ ਸੱਤਿਆ, ਹਾਂ ਸੱਤੇ ਵੀ ਹੈਗਾ ਸੱਤ ਸੱਤ ਸੱਤਿਆ ਸੱਤ ਸੱਚ ਵੀ ਹੈ, ਟੁੱਟ ਵੀ ਹੈ, ਅੱਬਾ। ਸੱਤ ਅੱਬਾ ਸੀ, ਹਾਂ ਇਹ ਦੇਖੋ ਖੱਬਾ ਅਲਿਫ ਪਾਈ ਅਸੀਂ ਪਰ ਬੇ ਦੇ ਉੱਤੇ ਛੱਡ ਪਾ ਕੇ ਨਾਲ ਫਿਰ ਅਸੀਂ ਅਲਿਫ ਪਾਈ, ਅੱਬਾ ਨਹੀਂ ਖੱਬਾ, ਖੱਬਾ ਜਿਵੇਂ ਸੱਜਾ ਖੱਬਾ। ਆ ਗਿਆ ਨਾ ਜੀ, ਇਹ ਖੱਬਾ ਆ ਗਿਆ, ਅਸੀਂ ਸੱਜਾ ਵੀ ਪਾ ਲੈਣਾ ਹੈ। फिर जनाब ਜੇ ਹੱਥ ਲਿਖਣਾ ਹੋਵੇ ਇਹ किया वो लिखने हाथ, ਇਹ ਕੀ ਲਿਖਿਆ, मैं दसना ਬਿੱਲੀ हाँ बिल्ली बे ਬਿੱਲੀ। और बिल्ली बिल्ली ਬਿਲ ਬਿਨ ਨਹੀਂ ਬਿਲ ਬਿੱਲੀ बिल्ली ਬਿੱਲੀ ਬਿੱਲੀ ਠੀਕ ਹੈ ठीक है। ਹਾਂਜੀ ਹੁਣ देखो ਅਸੀਂ मैं होर पाना असूलन ਮੁਹੱਬਤ ਹੈ ਨਾ, ਮੁਹੱਬਤ ਹਾਂ देखो ਅਸੀਂ ਇਹ ਸ਼ਬਦ ਪਾਈ ਤੇ ਹੈ ਨਾ ਲਫ਼ਜ਼ਾਂ ਦੇ ਉੱਤੇ, ਹਾਂ ਹਾਂ ਲੇਕਿਨ ਇਸ ਸ਼ਬਦ ਤੋਂ ਬਗੈਰ ਆਮ ਲਿਖੇ ਜਾਂਦੇ ਨੇ। ਬਿੱਲੀ ਦੇ ਉੱਤੇ ਸ਼ਬਦ ਕੋਈ ਨਹੀਂ ਪਾਉਂਦਾ, ਮੁਹੱਬਤ ਦੇ ਉੱਤੇ ਪੇਸ਼ ਵੀ ਕੋਈ ਨਹੀਂ ਪਾਉਂਦਾ ਤੇ ਸ਼ਬਦ ਵੀ ਕੋਈ ਨਹੀਂ ਪਾਉਂਦਾ, ਨੀਮ ਹੈ ਬੇ ਤੇ ਲਿਖ ਦਿੰਦੇ ਔਰ ਮੁਹੱਬਤ ਅਸੀਂ ਉਹਨੂੰ ਪੜ੍ਹ ਲੈਂਦੇ ਕਿਉਂਕਿ ਹੋਰ ਕੁਝ ਤੇ ਪੜ੍ਹਿਆ ਨਹੀਂ ਜਾਂਦਾ, ਠੀਕ ਹੈ ਹਾਂਜੀ। ਇਹ ਇਸੇ ਤਰ੍ਹਾਂ ਖੱਟਾ ਸੱਤਾ ਖੱਬਾ ਸੱਜਾ ਅੱਬਾ ਰੱਬ ਰੱਬਾ ਇਹਦੇ ਤੇ ਮੌਜੂਦ ਵੀ ਹੁੰਦੀ ਹੈ, ਨਹੀਂ ਵੀ ਹੁੰਦੀ। ਇਹ ਤੁਸੀਂ ਕਦੋਂ ਯੂਜ਼ਡ ਟੂ ਹੋ ਜਾਂਦੇ ਹੋ ਕਿ ਇਹ ਜਿਹੜੇ ਕਿ ਤੁਸੀਂ ਯੂਜ਼ਡ ਹੋ ਜਾਂਦੇ ਹੋ ਕਿ ਇਹ ਹੁੰਦੇ ਆ ਪਰ ਨਹੀਂ ਹੁੰਦੇ? ਉਲਨ ਦੇਖੋ ਪਾਣਾ ਚਾਹੀਦਾ, ਮੈਨੂੰ ਤਾਂ ਸਵਾਲ ਵੀ ਨਹੀਂ ਪੁੱਛਣਾ ਆ ਰਿਹਾ। नहीं ਗੈਜ ਕਦੇ ਜਾਂਦੇ ਆ ਤੁਸੀਂ ਗੈਜ ਕਦੇ ਦੇਖੋ ਜਾਂਦੇ ਰੱਬ ਹੁਣ ਗੁਰਮੁਖੀ ਦੇ ਵਿੱਚ ਜਿਹੜਾ ਹੈ ਉਹ ਸਾਨੂੰ ਰੱਬਾ ਲਿਖਣਾ ਹੈ ਜਾਂ ਰੱਬ ਅਦਕ। ਲਿਖਣਾ ਤੇ ਸਾਨੂੰ ਅਦਕ। ਅਦਕ ਪਾਉਣੀ ਪਏਗੀ, ਅਦਕ ਪਾਉਣੀ ਪਏਗੀ। ਸ਼ਾਹਮੁਖੀ ਦੇ ਵਿੱਚ ਇਹਦੇ ਤੋਂ ਬਗੈਰ ਵੀ, ਕਿਉਂਕਿ ਦੇਖੋ ਇਹਨੂੰ ਹੋਰ ਕੁਝ ਪੜ੍ਹਿਆ ਨਹੀਂ ਜਾ ਸਕਦਾ ਅਮੂਮਨ। ਜੇ ਤੇ ਇਹਨੂੰ ਰੋਬ ਜਾਂ ਰੇਬ ਜਾਂ ਹੋਰ ਕੁਝ ਪੜ੍ਹਨਾ ਹੈ ਤੇ ਫਿਰ ਪੇਸ਼ ਜਾਂ ਜ਼ਬਰ ਕੋਈ ਜ਼ੇਰ ਪਾਓ, ਪੇਸ਼ ਪਾਓ, ਜ਼ੇਰ ਪਾਓ। ਅਗਰ ਸਿੱਧਾ ਸਿੱਧਾ ਤੇ ਫਿਰ ਰੱਬ ਹੀ ਹੈ, ਠੀਕ ਹੈ ਨਾ। ਪਰ ਇੱਕ ਗੱਲ ਦੱਸੋ, ਜਦੋਂ ਤੁਸੀਂ ਸਕੂਲ ਵਿੱਚ ਉਰਦੂ ਸਿੱਖਦੇ ਹੋ ਤੇ ਤੁਸੀਂ ਕਿਹੜੀ ਕਲਾਸ ਵਿੱਚ ਆ ਕੇ ਤੁਸੀਂ ਲਿਖਣੇ ਛੱਡ ਦਿੰਦੇ ਹੋ? ਮੈਨੂੰ ਉਹ ਚੀਜ਼ ਨਹੀਂ ਸਮਝ ਆ ਰਹੀ। ਕਿਹੜੀ ਕਲਾਸ ਕੀ ਕਹਿੰਦੇ ਹੋ, ਕਿਹੜੀ ਕਲਾਸ ਕੀ ਕਰਨੇ ਆ? ਵੀ ਤੁਸੀਂ जबर जेर
ਬੰਦ ਕਰ ਦਿੰਦੇ ਹਾਂਜੀ। ਲਿਖਣਾ। ਇਹ ਤੇ ਪਹਿਲੀ ਹੀ ਹੈ, ਹਾਂ। ਪਹਿਲੀ ਕਲਾਸ ਹੀ ਹੈ ਨਾ, ਇਹ ਫਸਟ ਵਿੱਚ ਹੀ ਹੈ ਹਾਂਜੀ। ਸਾਰਾ, ਇਹ ਫਸਟ ਵਿੱਚ ਹਮ। ਸਾਰਾ ਕੁਝ ਆਉਂਦਾ। ਨਹੀਂ ਪਰ ਇਹ ਕਦੋਂ ਇਹਨੂੰ ਲਿਖਣਾ ਛੱਡ ਦਿੰਦੇ ਹੋ ਵੀ ਹੁਣ ਨਹੀਂ ਲਿਖਣਾ, ਵੀ ਰੱਬ ਨੂੰ ਅਸੀਂ ਏਦਾਂ ਹੀ ਲਿਖਣਾ ਜਾਂ ਰੱਬਾ? ਹਾਂ ਹਾਂ ਸੌਰੀ ਮੇਰਾ ਕੁਐਸਚਨ ਹੀ ਸਮਝ, ਮੈਨੂੰ ਨਹੀਂ, ਕੁਐਸਚਨ ਪੁੱਛਣਾ ਨਹੀਂ ਆ ਰਿਹਾ। ਇਹ ਕੋਈ ਮੋਮੈਂਟ ਨਹੀਂ ਹੁੰਦੀ, ਹੂੰ ਇਹ ਕੋਈ ਮੋਮੈਂਟ ਨਹੀਂ ਹੈ। ਹੂੰ ਲਿਖਣ ਦੇ ਵਿੱਚ ਸਾਨੂੰ ਸਿਖਾਉਣ ਦੇ ਵਿੱਚ ਤੇ ਸਿਖਾਈ ਜਾਂਦੀ ਹੈ। ਨਹੀਂ ਬਟ ਸਕੂਲ ਦੀਆਂ ਟੈਕਸਟ ਬੁੱਕਸ ਹੈ ਜਿਹੜੀਆਂ, ਮਤਲਬ ਜਿੱਦਾਂ 3rd 4th 5th ਕਲਾਸ ਤੱਕ, ਉਹਦੇ ਚ ਤਾਂ ਲਿਖਿਆ ਹੀ ਹੁੰਦਾ ਹੋਣਾ ਹੈ ਉਹਦੇ ਚ ਸਾਰਾ ਬਿਲਕੁਲ ਕੁਝ। ਲਿਖਿਆ ਜਾਂਦਾ, ਉਹ ਚ ਪ੍ਰੈਕਟਿਸ ਕਰਵਾਈ ਜਾਂਦੀ ਹੈ, ਦੱਸਿਆ ਹੁੰਦਾ ਹੈ ਕਿ ਅੱਛਾ ਇਹ ਸ਼ਬਦ ਹੈ ਤੇ ਇਹਨੂੰ ਇਸ ਲਈ ਬੋਲਣਾ ਹੈ, ਉਹ ਟੀਚਰ ਸਾਰੇ ਉਸ ਨਹੀਂ ਕਰਵਾਉਂਦੇ ਹੋਣਗੇ, ਇਹ ਕਰਨਾ ਹੋਣਗੇ। ਲੇਕਿਨ ਹੁਣ ਜਿਹੜੀ ਬਾਕੀ ਰਾਈਟਿੰਗ ਹੈ, ਚਾਹੇ ਉਹ ਲਿਟਰੇਚਰ ਹੈ, ਚਾਹੇ ਉਹ मीडिया है, न्यूज़पेपर्स में या जो भी है, या कोई मतलब स्कॉलरली किताबां ने, आर्टिकल्स ने, सोशल साइंसिस ने, उर्दू च या शाहमुखी ਦੇ ਵਿੱਚ ਸਵਾਲ ਹੈ ਕਿ ਉੱਥੇ ਲੋਕ ਕਿਸ ਤਰ੍ਹਾਂ ਲਿਖਦੇ ਨੇ, ਔਰ ਉੱਥੇ ਅਮੂਮਨ ਇਹਨਾਂ ਜਿੱਥੇ ਤੇ ਇਹਨਾਂ ਤੋਂ ਬਗੈਰ ਗੁਜ਼ਾਰਾ ਹੋ ਜਾਂਦਾ ਹੈ ਤੇ ਲੋਕ ਗੁਜ਼ਾਰਾ ਕਰਦੇ ਨੇ, ਜਿੱਥੇ ਖਿਆਲ ਹੈ ਕਿ ਨਹੀਂ ਇੱਥੇ ਪਾਣੀ ਜ਼ਰੂਰੀ ਹੈ ਕਿਉਂਕਿ ਇਹ ਕਨਫਿਊਜ਼ ਕਰੇਗਾ ਲਫ਼ਜ਼, ਜੇ ਇਹ ਪਾਈ ਨਹੀਂ ਹੋਏਗੀ ਤੇ ਕਨਫਿਊਜ਼ ਕਰੇਗਾ, ਉੱਥੇ ਫਿਰ ਲਾਜ਼ਮੀ ਪਾਉਂਦੇ ਨੇ ਲੋਕ, ਚਾਹੇ ਉਹ ਜ਼ੇਰ ਹੈ ਜਾਂ ਜ਼ਬਰ ਹੈ, ਉੱਥੇ ਫਿਰ ਲਾਜ਼ਮੀ ਇੰਸ਼ੋਰ ਕਰਨਾ ਹੁੰਦਾ ਹੈ ਕਿ ਇਸ ਲਫ਼ਜ਼ ਨੂੰ ਇੰਝ ਹੀ ਪੜ੍ਹਿਆ ਜਾਏ। ਠੀਕ ਹੈ। ਨਹੀਂ ਲੈਂਗੁਏजेस ਬੜੀਆਂ ਨਾ ਇੰਟ੍ਰਿਕੇਟ ਹੈ, ਜਿਵੇਂ ਅੱਜ ਮੇਰੇ ਬੇਟੇ ਦੀ ਪੰਜਾਬੀ ਦੀ ਕਲਾਸ ਸੀ, ਉਹ ਇੰਗਲੈਂਡ ਵਾਲੇ ਟੀਚਰ ਨਾਲ, ਅੱਛਾ ਤੇ ਮੈਂ ਉਦੋਂ ਆਈ ਵਾਸ ਲੁਕਿੰਗ ਫॉर ਅ ਸਨੈਕ, ਤੇ ਮੈਂ ਜਿਵੇਂ ਨਾ ਬੰਦਾ ਥਿੰਕਿੰਗ ਅਲਾਉਡ, ਤੇ ਮੈਂ ਕਿਹਾ ਮੈਂ ਕੀ ਖਾਵਾਂ, ਔਰ ਮੈਂ ਫ੍ਰਿਜ ਖੋਲ ਕੇ ਖੜੀ ਹੋਈ ਸੀ ਤੇ ਉਹ ਹੁਣ ਸਿੱਖ ਰਿਹਾ ਪੰਜਾਬੀ, ਉਹ ਕਹਿੰਦਾ ਕੀ ਮਤਲਬ what is ਖਾਵਾਂ, ਤੇ ਮੈਂ ਉਹਨੂੰ ਸੋਚਿਆ, ਮੈਂ ਕਿਹਾ ਖਾਵਾਂ, ਮੈਂ ਕਿਹਾ what I really want to say is ਕੀ ਖਾਣਾ ਖਾਵਾਂ, ਤੇ ਉਹ ਮੈਂ ਖਾਣੇ ਦਾ ਨਾਂ ਕੱਢਤਾ ਤੇ ਖਾਵਾਂ ਦਾ ਖਾ ਕੱਢਤਾ ਤੇ ਖਾਵਾਂ ਬਣਾਤਾ। So you know we were dissecting language just now 15-20 minutes ago, ਤੇ ਮੈਂ ਕਿਹਾ ਵੀ ਇਹ ਫ੍ਰੈਂਚ ਚ ਵੀ ਮੈਂ ਸੁਣਿਆ ਲੋਕੀ ਏਦਾਂ ਨਾ ਬਲੈਂਡਡ ਵਰਡਸ ਕਰ ਦਿੰਦੇ ਆ, ਤੇ ਉਹ ਜਿਹੜਾ ਲੈਂਗੁਏਜ ਸਿੱਖ ਰਿਹਾ ਹੁੰਦਾ ਉਹਨੂੰ ਇਹ ਸਮਝਣਾ ਵੀ ਜ਼ਰੂਰੀ ਹੈ, ਰਾਦਰ ਦੈਨ ਕਿ ਆਪਾਂ ਰੱਟਾ ਹੀ ਮਾਰ ਰਹੇ ਹਾਂ, ਹਨਾ, ਵੀ ਇਹ ਜ਼ੁਬਾਨ ਨੂੰ ਬੋਲਣਾ ਕਿਸ ਤਰ੍ਹਾਂ ਹੈ। ਸੋ ਮੈਂ ਦੇਖ ਰਹੀ ਹਾਂ ਵੀ ਸ਼ਾਹਮੁਖੀ ਉਰਦੂ ਚ ਵੀ ਇਹ ਬੜੀ ਇੰਟਰਸਟਿੰਗ ਚੀਜ਼ਾਂ ਨੇ। ਜੀ ਠੀਕ ਹੈ, ਹੁਣ ਇੱਥੇ ਲਫ਼ਜ਼ ਦੇਖੋ ਨਾ, ਰੱਬ ਨੂੰ ਤੇ ਸਿੱਖਦਾ, ਇਹ ਹੁਣ ਲਫ਼ਜ਼ ਹੈ, ਇਹਦੇ ਨਾ ਸ਼ਾਦੇ ਦੇ ਉੱਤੇ ਨਾ ਜ਼ੇਰ ਜ਼ਬਰ ਇਹਦੇ ਤੇ ਕੁਛ ਨਹੀਂ ਹੈ, ਇਹ ਹੈਗਾ ਬੇ ਲਾਮ ਇਹ ਨਿੱਕੀ ਇਹ ਹੈ, ਇਹਨੂੰ ਬਲੀ ਬਲੀ ਇਹਨੂੰ ਪੜਿਆ ਜਾ ਸਕਦਾ, ਠੀਕ ਹੈ, ਬਲੀ, ਔਰ ਬਲੀ ਮਾਰਾ ਦਿੱਲੀ ਦਾ ਇੱਕ ਮੁਹੱਲਾ ਵੀ ਹੈ ਕੋਈ ਬਲੀ ਮਾਰਾ, ਹਾਂਜੀ ਹਾਂ ਗਾਲਿਬ ਪੈਦਾ ਹੋਇਆ ਜਿੱਥੇ, ਉਹ ਬਲੀ ਬੱਲੀ ਮਾਰਾਂ ਹਥਿਆਰ ਹੈ ਕੋਈ ਇੱਕ ਨਾ, ਵੈਪਨ ਹੈ ਚੜਾਈ ਦਾ, ਬਰਸੀ ਵਰਗਾ ਹੈ ਬਲੀ। ਹੁਣ ਇਹਨੂੰ ਬਲੀ ਪੜ੍ਹ ਲਓ, ਇਹਨੂੰ ਵੀ ਬਲੀ ਪੜ੍ਹ ਲਓ, ਲੇਕਿਨ ਇਹਨਾਂ ਦੋਨਾਂ ਨੂੰ ਅਗਰ ਕੋਈ ਇਹ ਬਲ ਜਾਂ ਬਿਲ ਪੜ੍ਹਨਾ ਚਾਹੁੰਦਾ ਹੈ, ਤੁਸੀਂ ਚਾਹੁੰਦੇ ਹੋ ਕਿ ਮੈਂ ਬਿਲ ਲਿਖਿਆ ਹੈ, ਮੈਂ ਬਲ ਨਹੀਂ ਲਿਖਿਆ, ਬਿਲ ਹੈ ਤੇ ਫਿਰ ਉਹ ਜ਼ੇਰ ਪਾਏਗਾ, ਉੱਥੇ ਉਹ ਜ਼ੇਰ ਪੈਣੀ ਚਾਹੀਦੀ ਹੈ ਜੇ ਉਹਨੇ ਬਿਲ ਲਿਖਿਆ ਹੈ, ਔਰ ਜੇ ਉਸਨੇ ਬਲੀ ਲਿਖਿਆ ਫਿਰ ਠੀਕ ਹੈ, ਜੇ ਉਹਨੇ ਬਿੱਲੀ ਲਿਖਿਆ ਤੇ ਫਿਰ ਅਗਰ ਉਹ ਕਹਿੰਦਾ ਕਿ ਇਹਨੂੰ ਫਰਕ ਕੀਤਾ ਜਾਵੇ, ਫਿਰ ਜ਼ੇਰ ਜਾਂ ਕਮ ਅਜ਼ ਕਮ ਉੱਤੇ ਸ਼ੱਦ ਜ਼ਰੂਰ ਪਾਏਗਾ, ਜ਼ੇਰ ਔਰ ਸ਼ੱਦ ਪਾਣੀ ਚਾਹੀਦੀ ਹੈ ਜੇ ਇਹਨੂੰ ਬਿੱਲੀ ਅਗਰ ਅਸੀਂ ਪੜ੍ਹਨਾ ਹੈ, ਔਰ ਬਲੀ ਜਾਂ ਹੋਰ ਲਫ਼ਜ਼ ਜਿਹੜੇ ਨੇ ਮਿਲਦੇ ਜੁਲਦੇ ਉਸ ਤੋਂ ਫਰਕ ਕਰਨਾ ਹੈ, ਤੇ ਫਿਰ ਸਾਨੂੰ ਉਹ ਅਲਾਮਤ ਪਾਣੀ ਪੈਗੀ। ਤੇ ਇਹ ਮੇਰੇ ਖਿਆਲ ਜਨਰਲ ਜਿਹਾ ਅਸੂਲ ਇਹੀ ਚੱਲਦਾ ਪਿਆ, ਜੋ ਜਸਪ੍ਰੀਤ ਹੋਰਾਂ ਨੇ ਪੁੱਛਿਆ ਕਿ ਲੋਕ ਅਲਾਮਤ ਉੱਥੇ ਪਾਉਂਦੇ ਨੇ ਜਿੱਥੇ ਇਨਸ਼ੋਰ ਕਰਨਾ ਹੋਵੇ ਕਿ ਇੱਥੇ ਕਨਫਿਊਜ਼ਨ ਨਾ ਕੋਈ ਕ੍ਰੀਏਟ ਹੋਵੇ, ਇਹਨੂੰ ਠੀਕ ਪੜ੍ਹਾ ਜਾਏ। ਇਹ ਹੈ ਸ਼ੱਦ। ਹੋਰ ਕੋਈ ਲਫ਼ਜ਼ ਇਹਦੇ ਨਾਲ ਬਣਾ ਸਕਦੇ ਜੀ ਅਸੀਂ? ਜਿਵੇਂ ਮੁੱਦਤ। ਮੁੱਦਤ, ਹੁਣ ਮੈਂ ਪੇਸ਼ਵੀ ਪਾਨਾ, ਇਹ ਕੋਈ ਵਿਚਾਰ ਮਿਲ ਗਿਆ, ਮੁੱਦਤ ਬਿਲकुल ठीक। जिद्दत, जिद्दत लफ्ज़ सुने?
ਜ਼ਿੱਦ ਜਿੱਦ ਜੈਦ ਹੁੰਦੀ ਇਹ ਨਹੀਂ ਨਹੀਂ, ਨਵਾਂ ਹੋਣਾ, ਨਵਾਂਪਨ, ਜਿੱਦਤ, ਨਵਾਂਪਨ ਜਦੀਦ ਤੋਂ ਹੈ। ਅੱਛਾ ਜਹਾਲਤ ਨਾ। ਵੈਸੇ ਜਹਾਲਤ ਦੇ ਵਿੱਚ ਸ਼ਬਦ ਨਹੀਂ ਆਉਂਦੀ, ਡਬਲ ਹੈ ਕੋਈ ਨਹੀਂ, ਸਾਊਂਡ ਡਬਲ ਨਹੀਂ ਹੈ ਨਾ ਉਹਦੇ ਜਹਾਲਤ ਨਹੀਂ। ਨਹੀਂ ਹੈ। ਜਹਾਦ ਦਾ ਮਤਲਬ ਕੀ ਮੈਨੂੰ ਪਤਾ ਨਹੀਂ। ਜਹਾਲਤ ਮਤਲਬ ਇਗਨੋਰੈਂਸ, ਜਹਾਲਤ, ਹਾਂਜੀ। ਬੈਕਵਰਡਨੈਸ, ਹਾਂ ਉਹੀ ਹੈ ਨਾ ਜੀ ਜਹਾਲਤ। ਹਾਂਜੀ ਹਾਂਜੀ, ਇਹ ਉਰਦੂ ਦਾ ਵਰਡ ਹੈ, ਪੰਜਾਬੀ ਦਾ ਤਾਂ ਨਹੀਂ ਹੈ। ਹਾਂ ਉਰਦੂ ਦਾ ਵਰਡ ਹੈ ਹਾਂਜੀ ਉਹ। ਉਹਨੂੰ ਜੇ ਕਿਸੇ ਨੇ ਇੰਪ੍ਰੈਸ ਕਰਨਾ ਹੋਵੇ ਆਲ ਜਸਟ ਯੂਜ਼ ਇਟ। ਉਹਨਾਂ ਨੂੰ ਤੁਸੀਂ ਕਹੋ ਇੰਨੀ ਜਹਾਲਤ ਉਹ ਮੈਂ ਗਲਤ ਲਿਖਿਆ, ਇੰਨੀ ਜਹਾਲਤ ਨਾ ਦਿਖਾਓ ਪਰੇ ਹੋ। ਇਹ ਜਹਾਲਤ ਜਹਾਲਤ हाँ, मतलब है कि ignorance, backwardness, जहालत, जहालत है ना, जहालत। ये भी अरबी तो आया है। साढ़े हैं इंग्लिश ਦੇ ਹਿਸਾਬ ਹੈ ਜਿਹੜੇ ਜਿੱਦਾਂ ਫ੍ਰੈਂਚ ਵਰਡਸ ਕਿੰਨੇ ਹੈਗੇ ਆ, ਤੇ ਉਹ ਫਿਰ ਜੇ ਫ੍ਰੈਂਚ ਯੂਜ਼ ਕਰ ਲਓ ਫਿਰ ਥੋੜੇ ਜਿਹੇ ਜ਼ਿਆਦਾ ਐਜੂਕੇਟਿਡ ਲੱਗਦੇ ਨੇ। ਉਹੀ ਫਿਰ ਪੰਜਾਬੀ ਦੀ ਗੱਲ ਹੈ, ਅਰਬੀ ਤੇ ਫਾਰਸੀ ਤੇ ਯੂਜ਼ ਕਰ ਲਓ ਆਪਾਂ ਥੋੜੇ ਜਿਹੇ ਜ਼ਿਆਦਾ ਐਜੂਕੇਟਿਡ ਲੱਗਦੇ ਆ। ਹੋਰ ਕੋਈ ਲਫ਼ਜ਼ ਬਣਾएंगे तो ਜਿਵੇਂ ਸੱਦਾ। हाँ सद्दा, ਕਿਉਂਕਿ ਸਦਾ ਔਰ ਸੱਦਾ ਤੁਹਾਨੂੰ ਫਰਕ ਕਰਨਾ ਪਏਗਾ। ਉੱਥੇ ਸ਼ਬਦ ਸੱਦਾ ਦੇ ਵਿੱਚ ਸ਼ਬਦ ਪਾਣੀ ਪਏਗੀ, ਵਰਨਾ ਤੇ ਉਹ ਸਦਾ ਹੈ। ਠੀਕ ਹੈ, ਹੁਣ ਸੱਦਾ ਕੋਈ ਲਿਖੇਗਾ ਉੱਥੇ ਸ਼ਬਦ ਪਾਏਗਾ। ਠੀਕ ਹੈ, ਜੇ ਉਹ ਸ਼ਬਦ ਨਹੀਂ ਪਾਏਗਾ ਤੇ ਉਹ ਸਦਾ ਵੀ ਤੇ ਪੜਿਆ ਜਾ ਸਕਦਾ ਨਾ। ਇਹ ਵੇ ਫਰਕ। हाँ ठीक है, जो पत्ता और पता। जी बिल्कुल। और ਜਿਵੇਂ ਆਪਾਂ ਕਹੀਏ ਮਤ, ਉਹਦੇ ਚ ਪਏਗਾ ਕਿ ਨਹੀਂ? ਹੋਣਾ ਚਾਹੀਦਾ ਮਤ। ਤੁਸੀਂ ਜਰਾ ਗੁਰਮੁਖੀ ਨੂੰ ਸਾਹਮਣੇ ਲਿਆਓ ਨਾ ਤੇ ਉੱਥੇ ਤੇ ਪੈਂਦਾ ਪਏਗਾ। ਹਾਂ ਮਤਲਬ ਆਪਣੇ ਅਦਕ ਵਿਲ ਟ੍ਰਾਂਸਲੇਟ ਟੂ ਸ਼ਦ। और मत तो मत्ता, मत्ता का मीनिंग मत्ता इंटेलिजेंस, प्लान प्लान, इरादा। मत्ता पकाना, कोई प्लान करना, कोई इरादा बनाना, कोई इरादा नहीं वो प्लान करना, स्कीम बनानी। मता नहीं, मता है ना वो मता। अच्छा वो तो शब्द नहीं है, नहीं शब्द नहीं होगी ना, वो खाली मता है। ठीक है, मता पकाना। मता इज ऑपोजिट ऑफ ਜਿਵੇਂ ਬੇਮਤਾ, ਬੇਵਕੂਫ, ਉਹਦਾ ਉਲਟਾ ਕਰ ਲਓ ਤੁਸੀਂ ਮਤਾ। मत ठीक है, हाँ मता वर्ड में सुने हैं। हज में मता पास कर लिया, मतलब कोई एग्रीमेंट पास हो गई। ठीक है, रेजोल्यूशन। मत्था कहिए, मत्थे ने होते तो शब्द पऊगा मत्था। हाँ हाँ ਉਹਦੇ ਤੇ ਪੈਗਾ। हाँ मत्था इज अ गुड वन। सुक्का जी, सुक्का। जी कुत्ता, कुत्ता। लेकिन कुत्ता ਤੁਹਾਨੂੰ ਇਸ ਤਰ੍ਹਾਂ ਵੀ ਮਿਲੇਗਾ, ਔਰ ਕੁੱਤਾ ਤੁਹਾਨੂੰ ਇਸ ਤਰ੍ਹਾਂ ਵੀ ਮਿਲੇਗਾ ਬਗੈਰ ਸ਼ਬਦ ਦੇ ਵੀ। ਕੁੱਤਾ ਇਸ ਤਰ੍ਹਾਂ ਵੀ ਮਿਲੇਗਾ। ठीक है, ਹੋਣਾ ਇਸ ਤਰ੍ਹਾਂ ਚਾਹੀਦਾ, ਇਸ ਤਰ੍ਹਾਂ ਵੀ ਮਿਲੇਗਾ। ਕਰੈਕਟ ਜਿਹੜਾ ਉਹ ਇਹੀ ਹੈ ਜਿਹੜਾ ਅਸੀਂ ਸ਼ਬਦ ਨਾਲ ਪਾਇਆ ਔਰ ਪੇਸ਼ ਨਾਲ ਪਾਇਆ। ਇਹ ਵੈਸੇ ਤੁਹਾਨੂੰ ਐਸ ਫਰਮ ਅ ਲੈਂਗੁਏਜ ਸਟੈਂਡ ਪੁਆਇੰਟ ਕੋਈ ਹੋਰ ਜ਼ੁਬਾਨ ਦਾ ਵੀ ਪਤਾ ਹੈ ਜਿੱਥੇ ਇਸ ਤਰ੍ਹਾਂ ਲਿਖੋ ਜਾਂ ਨਾ ਲਿਖੋ ਚੱਲਦਾ ਹੈ? ਮੈਂ ਪਹਿਲੀ ਵਾਰੀ ਸੁਣਿਆ ਇਹ। ਸਾਡਾ ਤਾਂ ਖਿਆਲ ਹੈ ਕਿ ਅਰਬ ਨਹੀਂ ਪਾਉਂਦੇ। ਅੱਛਾ, ਅਰਬ ਜਿਹੜੇ ਨੇ ਉਹ ਲਾਮਤਾ ਨਹੀਂ ਪਾਉਂਦੇ।
ਆਪਣਾ ਮਤਲਬ ਇਹ ਸਿਸਟਮ ਵੀ ਤੇ ਉੱਥੋਂ ਹੀ ਆਇਆ ਨਾ ਅਲਟੀਮੇਟਲੀ ਤਾਂ। ठीक है, आया उठो है एक्चुअली और आप जी हाँ नहीं प्लीज कैरी ऑन। ਮੈਂ ਕਹਿ ਰਿਹਾ ਸੀ ਕਿ ਅਸੀਂ ਯੂਜ਼ ਟੂ ਹੈ ਦੋਨਾਂ ਲੈਂਗੁਏਜ, ਜਿਵੇਂ ਅਸੀਂ ਗੁਰਮੁਖੀ ਲਿਖਦੇ ਆ ਜਾਂ ਹਿੰਦੀ ਲਿਖਦੇ ਆ ਦੇਵਨਾਗਰੀ ਯੂਜ਼ ਕਰਕੇ, ਤੇ ਉਹ ਦੋਨੋਂ ਮਤਲਬ ਬਿਲਕੁਲ ਹੀ ਆਲਮੋਸਟ ਇਨ ਮੈਨੀ ਵੇਜ਼ ਸਿਮਿਲਰ ਨੇ ਉਹ, ਐਂਡ ਉਹਦੇ ਚ ਕੁਝ ਵੀ ਮਿਸ ਨਹੀਂ ਹੁੰਦਾ, ਐਂਡ ਜੋ ਵੀ ਮਤਲਬ ਲਿਖਿਆ ਹੋਇਆ ਉਹਨੂੰ ਦੇਖ ਕੇ ਤੁਸੀਂ ਉਵੇਂ ਯੂ ਕੈਨ ਫਿਗਰ ਆਊਟ ਕਿ ਕੀ ਬਣਦਾ ਹੈ। ਇਵਨ ਇੰਗਲਿਸ਼ ਵੀ ਆਪਾਂ ਨਹੀਂ ਕਰਦੇ ਮਿਸ, ਇੰਗਲਿਸ਼ ਵੀ ਜਿੱਦਾਂ ਆਪਾਂ ਸਿੱਖੀਦਾ ਹਨਾ ਫਸਟ ਸੈਕੰਡ ਕਲਾਸ ਤੋਂ, ਆਪਾਂ ਐਜ਼ ਅਡਲਟਸ ਵੀ ਉਦਾਂ ਹੀ ਲਿਖਦੇ ਆ, ਆਪਾਂ ਕੁਝ ਸਕਿਪ ਤਾਂ ਨਹੀਂ ਕਰਦੇ। ਬਟ ਆਈ ਮੀਨ ਇੰਗਲਿਸ਼ ਡਿਫਰੈਂਟ ਹੈ ਇਨ ਅ ਵੇ ਕਿ ਇਹਦੇ ਚ ਕੋਈ ਲਗਾ ਮਾਤਰਾ ਜਾਂ ਉਦਾਂ ਦਾ ਕੁਝ ਸਿਸਟਮ ਨਹੀਂ ਹੈ। ਹਾਂ ਨਹੀਂ, ਪਰ ਅਦਰਵਾਈਜ਼ ਆਪਾਂ ਕੁਝ ਸਕਿਪ ਨਹੀਂ ਕਰਦੇ, ਜੋ ਹਾਂ ਹੈ ਨਹੀਂ ਉਹ ਹੈ, ਰਾਈਟ? ਹਾਂ ਦੈਟ ਇਜ਼ ਚਲੋ ਠੀਕ ਹੈ, ਇਟਸ ਇੰਟਰਸਟਿੰਗ, ਮੈਨੂੰ ਮਜ਼ਾ ਆ ਰਿਹਾ ਦੇਖ ਕੇ। ਕਿਹਾ ਜਾਂਦਾ ਹੈ ਕਿ ਅਰਬੀ ਜਦੋਂ ਦੂਸਰੇ ਰੀਜਨਸ ਗਈ, ਖਾਸ ਤੌਰ ਤੇ ਕੁਰਾਨ, ਔਰ ਉਹਨੂੰ ਕੁਰਾਨ ਪੜ੍ਹਨ ਲਫ਼ਜ਼ ਠੀਕ ਪੜ੍ਹੇ ਜਾਣ, ਉਹਨਾਂ ਨੂੰ ਫੈਸਿਲਿਟੇਟ ਕਰਨ ਵਾਸਤੇ ਜਿਹੜੇ ਨਾਨ ਅਰਬ ਸਨ ਉਹਨਾਂ ਵਾਸਤੇ ਇਹ ਅਲਾਮਤਾਂ ਲਾਈਆਂ ਗਈਆਂ, ਕਿਉਂਕਿ ਇੱਕ ਅਰਬ ਨੂੰ ਪਤਾ ਹੈ ਕਿ ਇੱਥੇ ਕੀ ਹੈ, ਇਹ ਸਾਊਂਡ ਕੀ ਹੈ ਔਰ ਕਿਵੇਂ ਮੈਂ ਲਫ਼ਜ਼ ਉਹ ਬੋਲਣਾ ਹੈ। ਤੇ ਜਿਹੜੇ ਨਾਨ ਅਰਬ ਸਨ ਉਹਨਾਂ ਨੂੰ ਨਹੀਂ ਪਤਾ ਚੁੱਕੇ ਉਹਨਾਂ ਲਫ਼ਜ਼ਾਂ ਦਾ, ਤੇ ਉਹ ਲਫ਼ਜ਼ ਕਰੈਕਟ ਬੋਲਣ, ਮਤਲਬ ਉਹਦੀ ਆਵਾਜ਼ ਕੱਢਣ, ਰੀਡ ਕਰਨ, ਇਸ ਵਾਸਤੇ ਉਹਨਾਂ ਲਈ ਇਹ ਅਲਾਮਤਾਂ ਪਾਈਆਂ ਗਈਆਂ ਸੀ, ਕਿਹਾ ਜਾਂਦਾ ਹੈ। ਠੀਕ ਹੈ। ਬਟ ਇੱਕ ਕੁਐਸਚਨ ਮੇਰੇ ਦਿਮਾਗ 'ਚ ਆ ਰਿਹਾ, ਜਿਹੜੀ ਆਪਣੀ ਜੋ ਵੀ ਮਤਲਬ ਕਲਾਸੀਕਲ ਪੋਇਟ ਹੈ ਸਾਰੇ, ਤੁਸੀਂ ਬਾਬਾ ਫਰੀਦ ਕਹੋ ਜਾਂ ਬੁੱਲੇ ਸ਼ਾਹ ਜਾਂ ਵਾਰਿਸ ਸ਼ਾਹ ਜਾਂ ਜਿੰਨੇ ਵੀ ਸਾਰੇ ਨੇ, ਇਹਨਾਂ ਦਾ ਜੋ ਵੀ ਪੁਰਾਣਾ ਲਿਖਿਆ ਹੋਇਆ ਕੁਝ ਮਿਲਦਾ ਹੈ, ਤਾਂ ਉਹਦੇ 'ਚ ਵੀ ਕੁਝ ਨਹੀਂ ਪਾਇਆ ਹੁੰਦਾ ਇਦਾਂ ਦਾ। ਮਤਲਬ ਮਾਈ ਬੇਸਿਕ ਕੁਐਸਚਨ ਇਜ਼ ਕਿ ਜਦੋਂ ਤੁਸੀਂ ਬਾਅਦ 'ਚ ਉਹਨੂੰ ਇੰਟਰਪ੍ਰੀਟ ਕਰਦੇ ਹੋ ਤਾਂ ਇਹ ਕਨਫਿਊਜ਼ਨ ਕ੍ਰੀਏਟ ਨਹੀਂ ਹੁੰਦੀ ਉਹਦੇ ਨਾਲ, ਕਿ ਮਤਲਬ ਇੰਨੇ ਸਾਲ ਪਹਿਲਾਂ ਲਿਖਿਆ ਗਿਆ ਸੀ ਕੁਝ ਵੀ ਤੇ ਉਹਦੇ 'ਚ ਤੁਸੀਂ ਕੋਈ ਅਲਾਮਤ ਨਹੀਂ ਪਾਈ, ਕੁਝ ਨਹੀਂ ਪਾਇਆ, ਤੇ ਕੀ ਹੈ ਇਸ ਹੈ ਉਸ ਹੈ, ਮਤਲਬ ਇਹ ਕਨਫਿਊਜ਼ਨ ਨਹੀਂ ਹੈ ਉਹਦੇ 'ਚ ਜਦੋਂ ਪੜ੍ਹਦੇ ਆ ਉਹ ਜਿਹੜੇ ਪੁਰਾਣੇ ਮੈਨੂਸਕ੍ਰਿਪਟਸ ਨੇ ਜੀ ਖਰੜੇ, ਉਹ ਹੁਣ ਅੱਜ ਦੇ ਸਕਾਲਰਸ ਤੇ ਪੜ੍ਹ ਲੈਂਦੇ ਨੇ, ਕਿਉਂਕਿ ਉਹਦੇ ਵਿੱਚ ਇੱਕ ਅਰਬੀ ਤਰੀਕੇ ਨਾਲ ਜਿਹੜੇ ਮਤਲਬ ਇਹ ਜਿਹੜੇ ਪਰਸ਼ੀਅਨ ਅਲਫਾਬੈਟਸ ਦੇ ਵਿੱਚ ਸਕ੍ਰਿਪਟ ਦੇ ਵਿੱਚ ਜਿਹੜੇ ਲਿਖਦੇ ਸਨ ਪੁਰਾਣੇ, ਉਹਦੇ ਵਿੱਚ ਕਾਫੀ ਮਸਲੇ ਸਨ, ਕਿਉਂਕਿ ਵੱਖਰੇ ਵੱਖਰੇ ਇਹ ਪਾਉਣ ਦਾ ਤਰੀਕਾ ਨਹੀਂ ਹੈ, ਔਰ ਜ਼ੇ ਔਰ ਜ ਵੱਖਰਾ ਵੱਖਰਾ ਪਾਉਣ ਦੇ ਤਰੀਕੇ ਨਹੀਂ ਹਨ, ਔਰ ਚੇ ਔਰ ਜ਼ੇ, ਕਾਫੀ ਸਾਰੇ ਜਿਹੜੇ ਦਿਨ ਦੀ ਆਵਾਜ਼ਾਂ ਉਹ ਵੱਖਰੀਆਂ ਵੱਖਰੀਆਂ ਕਰਨ ਦੇ ਤਰੀਕੇ ਨਹੀਂ ਸਨ। ਸਾਨੂੰ ਬਹੁਤ ਜ਼ਿਆਦਾ, ਜਿਸ ਤਰ੍ਹਾਂ ਬਾਬਾ ਫਰੀਦ ਨੇ, ਉਹਨਾਂ ਦਾ ਤੇ ਸਾਨੂੰ ਪੁਰਾਣੀ ਚੀਜ਼ ਨਹੀਂ ਮਿਲਦੀ, ਉਹ ਤੇ ਸਾਨੂੰ ਗ੍ਰੰਥ ਸਾਹਿਬ ਦੇ ਵਿੱਚੋਂ ਮਿਲਦੀ ਹੈ, ਔਰ ਉਹ ਇੱਕ ਤਰੀਕੇ ਨਾਲ ਲਿਖ ਦਿੱਤਾ ਗਿਆ, ਔਰ ਉਹ ਉਸ ਤਰ੍ਹਾਂ ਹੀ ਹੈ। ਲੇਕਿਨ ਪੁਰਾਣੇ ਜਿਹੜੇ ਸਾਨੂੰ ਸ਼ਾਹਮੁਖੀ ਦੇ ਪੁਰਾਣੇ ਖਰੜੇ ਮਿਲਦੇ ਨੇ, ਮੈਨੂਸਕ੍ਰਿਪਟਸ ਮਿਲਦੇ ਨੇ, ਉਹਨਾਂ ਦੇ ਵਿੱਚ ਕਾਫੀ ਆਵਾਜ਼ਾਂ ਵਾਸਤੇ ਇੱਕੋ ਹੀ ਹਰਫ ਪਾਇਆ ਜਾਂਦਾ ਸੀ, ਉਹ ਅਸੀਂ ਅੰਦਾਜ਼ੇ ਨਾਲ ਪੜ੍ਹਨੇ, ਅੰਦਾਜ਼ੇ ਨਾਲ ਲੋਕ ਪੜ੍ਹਦੇ ਹੋਣਗੇ। ਹੁਣ ਵੀ ਲੋਕ ਸਕਾਲਰਸ ਦੱਸ ਦਿੰਦੇ ਨੇ ਕਿ ਅੱਛਾ ਇਹ ਵੇ, ਇਹ ਲਫ਼ਜ਼ ਇਹ ਵੇ, ਲੇਕਿਨ ਉਹ ਲਫ਼ਜ਼ ਹਰਫ ਇੱਕੋ ਹੀ ਹੈ, ਆਵਾਜ਼ਾਂ ਜਿਹੜੀਆਂ ਨੇ ਉਹ ਦੋ ਵਾਸਤੇ ਇੱਕੋ ਹੀ ਵਰਤਿਆ ਜਾ ਰਿਹਾ ਹੈ, ਸੇਮ ਯੂਜ਼ ਹੋ ਰਿਹਾ, ਸੇਮ ਯੂਜ਼ ਹੋ ਰਿਹਾ। ਮਸਲਨ ਸੀਨ ਔਰ ਸ਼ੀਨ, ਸ਼ ਔਰ ਸ ਇੱਕੋ ਹੀ ਤਰੀਕੇ ਨਾਲ ਲਿਖਿਆ ਜਾਂਦਾ ਸੀ, ਸ਼ ਦੇ ਬਾਅਦ ਔਕਾਤ ਤੇ ਨੁਕਤੇ ਨਹੀਂ ਸੀ ਹੁੰਦੇ, ਇਸ ਤਰ੍ਹਾਂ ਹੋਰ ਵੀ ਹੈਗੇ, ਹਾਂ ਹੋਰ ਵੀ ਸਨ ਕਾਫੀ। ਅਲਫਾਬੈਟ ਇੱਕੋ ਹੀ ਹੈ, ਆਵਾਜ਼ਾਂ ਦੋ ਨੇ, ਮਿਲਦੀਆਂ ਜੁਲਦੀਆਂ ਆਵਾਜ਼ਾਂ ਦੋ ਨੇ, ਔਰ ਦੇਖ ਲੈਂਦੇ ਸਨ ਕਿ ਅੱਛਾ ਕਿਸ ਤਰ੍ਹਾਂ ਇਹ ਲਫ਼ਜ਼ ਕੀ ਹੈ। ਇਹ ਘਾਟੇ ਇਸ ਸਕ੍ਰਿਪਟ ਦੇ ਹੈ ਸਨ, ਵੇਲੇ ਦੇ ਨਾਲ ਕੁਝ ਪੂਰੇ ਹੋਏ ਵੀ ਨੇ, ਲੇਕਿਨ ਸਟਿਲ ਇਸ ਸਕ੍ਰਿਪਟ ਦੇ ਵਿੱਚ ਤੁਹਾਨੂੰ ਲੱਗੇਗਾ ਕਿ ਜਿਸ ਤਰ੍ਹਾਂ ਘਾਟੇ ਨੇ, ਆਵਾਜ਼ਾਂ ਸਾਡੀਆਂ ਆਵਾਜ਼ਾਂ ਜਿਹੜੀਆਂ ਨੇ ਉਹ ਪੂਰੀ ਤਰ੍ਹਾਂ ਇਸ ਸਕ੍ਰਿਪਟ ਦੇਣ ਦੇ ਉਹ ਨਹੀਂ ਹਨ, ਠੀਕ ਹੈ, ਕੈਪੈਸਿਟੀ ਨਹੀਂ ਹੈ ਇਹਨਾਂ ਦੇ ਵਿੱਚ। ਅੱਗੇ ਚਲਿਏ ਜੀ। ਹਾਂਜੀ, ਜਾਂ ਬ੍ਰੇਕ ਕਰ ਲਈਏ? ਨਹੀਂ, ਦੇਖ ਲਓ ਜਿਵੇਂ ਠੀਕ ਲੱਗੇ। ਇੱਕ ਤੁਹਾਨੂੰ ਇਹ ਹੁਣ ਇੱਕ ਦੋ ਹੈਗੀਆਂ ਨੇ ਜੀ ਅਲਾਮਤਾਂ ਜਿਹੜੀਆਂ
ਖਾਸ ਤੌਰ ਤੇ ਅਰਬੀ ਤੋਂ ਆਏ ਲਫ਼ਜ਼ਾਂ ਦੀਆਂ ਨੇ। ਪੰਜਾਬੀ ਦੇ ਵਿੱਚ ਸ਼ਾਹਮੁਖੀ ਦੇ ਵਿੱਚ ਉਹ ਨਜ਼ਰ ਤੇ ਆਉਣਗੀਆਂ ਬਹੁਤ ਘੱਟ ਲਫ਼ਜ਼ਾਂ ਦੇ ਨਾਲ, ਲੇਕਿਨ ਇਹ ਨਾ ਹੋਵੇ ਜਿੱਥੇ ਉਹ ਆਵੇ ਤੇ ਕਨਫਿਊਜ਼ ਹੋ ਜਾਈਏ ਅਸੀਂ, ਲਿਹਾਜ਼ਾ ਅਸੀਂ ਉਹ ਦੇਖ ਲੈਂਦੇ ਹਾਂ, ਉਹਨਾਂ ਦਾ ਜ਼ਿਕਰ ਜ਼ਰੂਰ ਕਰ ਲੈਂਦੇ ਹਾਂ ਔਰ ਕੁਝ ਲਫ਼ਜ਼ ਵੀ ਦੇਖ ਲੈਂਦੇ ਹਾਂ। ਇੱਕ ਅਲਾਮਤ ਹੈ ਦੋ ਜ਼ਬਰ ਅਸੀਂ ਪਾਉਂਦੇ ਹਾਂ, ਇੱਕ ਜ਼ਬਰ ਤੇ ਅਸੀਂ ਜਾਣਦੇ ਹਾਂ, ਇਹ ਦੋ ਜ਼ਬਰ ਅਸੀਂ ਪਾਉਂਦੇ ਹਾਂ। ਦੋ ਜ਼ਬਰ ਦੀ ਜਿਹੜੀ ਆਵਾਜ਼ ਹੈ ਉਹ ਨੂਨ ਦੀ ਆਵਾਜ਼ ਹੈ, ਅਨ ਅਨ ਨ, ਇਹ ਆਵਾਜ਼ ਹੈ ਦੋ ਜ਼ਬਰ ਦੀ। ਇਹ ਲਫ਼ਜ਼ ਦੇ ਉੱਪਰ ਪੈਂਦੀਆਂ ਨੇ ਦੋ ਜ਼ਬਰਾਂ ਔਰ ਉਹਦੀ ਸ਼ਕਲ ਇਹ ਵੇ, ਔਰ ਉਹਨੂੰ ਦੋ ਜ਼ਬਰ ਹੀ ਕਿਹਾ ਜਾਂਦਾ। ਓਕੇ, ਅਰਬੀ ਦੇ ਵਿੱਚ ਇਹਨੂੰ ਤਨਵੀਨ ਕਹਿੰਦੇ ਨੇ। ਤਨਵੀਨ ਇਹ ਦੋ ਤਿੰਨ ਤਰ੍ਹਾਂ ਦੀਆਂ ਹੈਗੀਆਂ ਨੇ, ਦੋ ਜ਼ਬਰ ਵੀ ਹੈ, ਦੋ ਜ਼ੇਰ ਵੀ ਹੈ, ਦੋ ਪੇਸ਼ ਵੀ ਹੈ। ਪੰਜਾਬੀ ਚ ਲਫ਼ਜ਼ ਤੁਹਾਨੂੰ ਉਹ ਨਹੀਂ ਮਿਲਣਗੇ, ਸਾਡੇ ਅਸੀਂ ਨਹੀਂ ਬਣਾਉਂਦੇ ਔਰ ਨਹੀਂ ਲਿਖੇ ਹੋਣਗੇ। ਕੋਈ ਟਾਵਾਂ ਟਾਵਾਂ ਕਿਧਰੇ ਕੋਈ ਲਫ਼ਜ਼ ਆ ਜਾਵੇ, ਖਾਲਸ ਅਰਬੀ ਦੇ ਲਫ਼ਜ਼ ਨੇ, ਈਵਨ ਫਾਰਸੀ ਦੇ ਲਫ਼ਜ਼ਾਂ ਦੇ ਵਿੱਚ ਵੀ ਨਹੀਂ ਇਹ ਤੁਹਾਨੂੰ ਨਜ਼ਰ ਆ ਜਾਏਗਾ। ਲਫ਼ਜ਼ ਮੈਂ ਦੱਸਣਾ ਜੀ, ਇਹਦੇ ਤੋਂ ਅੰਨ ਦੀ ਆਵਾਜ਼ ਕਿਸ ਤਰ੍ਹਾਂ ਬਣਦੀ ਹੈ। ਅਸੀਂ ਲਫ਼ਜ਼ ਬੋਲਨੇ ਆ ਤੇ ਹੈ ਕਿੱਥੇ ਹੈ, ਮਸलन ਅਨ, ਹਾਂ ਇਹਦੇ ਮੀਨਿੰਗ ਨੂੰ ਇਹ ਕੀ ਕਰਦਾ ਹੈ, ਇਹ ਲਫ਼ਜ਼ ਦਾ ਮੀਨਿੰਗ ਜਿਹੜਾ ਹੈ ਉਹ ਇਹ ਬਣਾਉਂਦਾ ਹੈ, ਦੋ ਜ਼ਬਰ ਜਿੱਥੇ ਆ ਗਈ ਉਹਦਾ ਮਤਲਬ ਹੋਏਗਾ ਬਾय ਜਾਂ ਵਿਦ ਜਾਂ नाल, दे नाल, के साथ, बाय, विद। मिसाल के तौर पे हकीकतन, हम समझेंगे। हकीकत के तौर पे ये हमेशा लास्ट ते आऊगा, लास्ट ते आंदा। ओके, फौरन, मसलन, हकीकतन, फौरन, इरादतन, यकीनन। यकीनन में लिखना, यकीनन का मतलब है यकीन दे नाल, यकीन दे तौर पे, ठीक है, यकीन दे नाल। यकीनन नहीं जी, यकीनन, यकीन नाल, ठीक है। इशारतन, इत्तफाकन, मैं हमेशा गलत पा दूंगा। इशारतन, इत्तफाकन। फिर असी बहुत आम लफ्ज बोलने हैं, अमूमन, ठीक है जी। अमूमन का एग्जैक्ट मतलब क्या है? आमतौर पे, अच्छा, यूजुअली, जनरली, बड़ा जनरली इंप्रेसिव जो वर्ड है वैसे गल करन लगे। अमूमन, अमूमन, आमतौर पे, ठीक है। जनरली ਤੁਸੀਂ ਵੈਸੇ ਰਿਅਲਾਈਜ਼ ਕਰਦੇ ਹੋ ਕਿ ਤੁਸੀਂ ਪਾਕਿਸਤਾਨ ਵਿੱਚ ਬਹੁਤ ਉਰਦੂ ਵਾਲੀ ਪੰਜਾਬੀ ਬੋਲਦੇ ਹੋ ਤੇ ਅਸੀਂ ਇੰਡੀਆ ਵਿੱਚ ਜਾਂ ਜਿਹੜੇ ਇੰਡੀਆ ਤੋਂ ਆਏ ਆ ਉਹ ਥੋੜੀ ਹਿੰਦੀ ਸਟਾਈਲ ਪੰਜਾਬੀ ਬੋਲਦੇ ਆ, ਰਾਈਟ? ਇਹ ਫਰਕ ਸਾਰੇ ਤੁਸੀਂ ਪ੍ਰੋਵਿੰਸ ਤੇ ਨਹੀਂ ਲਾ ਸਕਦੇ, ਫਿਰ ਉੱਥੇ ਰੂਰਲ ਅਰਬਨ ਦਾ ਵੀ ਫਰਕ ਹੈ। ਇਹ ਪੰਜਾਬੀ ਬਹੁਤ ਜ਼ਿਆਦਾ ਮਤਲਬ ਉਹ ਡਾਈਵਰਸ ਜੀ ਲੈਂਗੁਏਜ ਹੈ ਇਨ ਦੈਟ ਸੈਂਸ ਕਿ ਆਪਾਂ ਇਹ ਨਹੀਂ ਕਹਿ ਸਕਦੇ ਕਿ ਕੋਈ ਇੱਕ ਬੰਦਾ ਠੀਕ ਬੋਲਦਾ ਹੈ ਨਾ, ਡਿਪੈਂਡਸ। ਇਹ ਸਾਰੇ ਜਿਹੜੇ ਲਫ਼ਜ਼ ਅਸੀਂ ਹੁਣ ਵੇਖਣੇ ਪਏ ਨਾ, ਇਹ ਪਿੰਡ ਦੇ ਲੋਕ ਨਹੀਂ ਇਹ ਲਫ਼ਜ਼ ਬੋਲਦੇ ਨੇ,
ਨਹੀਂ ਬੋਲਦੇ, ਹਾਂਜੀ ਹਾਂ ਪਿੰਡਾਂ ਦੀ ਆਮ ਬੋਲੀ ਦਾ ਹਿੱਸਾ ਨਹੀਂ ਹੈ। ਰਾਈਟ ਫਿਰ ਮੈਂ ਹੁਣ ਲਫ਼ਜ਼ ਲਿਖਣ ਲੱਗਾ ਸਾਂ, ਤਕਰੀਬਨ। ਹੁਣ ਤਕਰੀਬਨ ਦੀ ਜਗ੍ਹਾ ਨਾ ਉਹ ਆਮ ਬੰਦਾ ਬੋਲੇਗਾ ਲਗਭਗ। ਲਗਭਗ ਇਹ ਲਫ਼ਜ਼ ਤੇ ਬਹੁਤ ਜਿਹੜੀ ਪੜ੍ਹੀ ਲਿਖੀ ਹੈ ਨਾ ਜੀ ਕਲਾਸ, ਜਿਹਦਾ ਬਹੁਤ ਜ਼ਿਆਦਾ ਐਕਸਪੋਜਰ ਹੈ ਉਰਦੂ ਔਰ ਇਸ ਤਰ੍ਹਾਂ ਦੇ ਲਿਟਰੇਚਰ ਜ਼ੁਬਾਨ ਦੇ ਨਾਲ, ਇਹ ਉਹ ਲਫ਼ਜ਼ ਇਹਨਾਂ ਨੂੰ ਵਰਤਦੇ ਨੇ, ਲੇਕਿਨ ਇਹ ਕਿਧਰੇ ਨਜ਼ਰ ਆ ਸਕਦੇ ਨੇ। ਫਿਰ ਮੈਂ ਗਲਤ ਲਿਖਿਆ ਹੈ ਤਕਰੀਬਨ। ਇੰਡੀਆ ਚ ਲੱਗਦਾ ਹਿੰਦੀ ਫਿਲਮਾਂ ਦੇ ਅਸਰ ਰਾਹੀਂ ਹੈ ਨਾ, ਥੋੜੇ ਜਿਹੇ ਜਿੱਦਾਂ ਤਕਰੀਬਨ ਹੁਣ ਆਮ ਯੂਜ਼ ਕਰ ਲੈਂਦੇ ਆ, ਹਾਂ ਅਸਰ ਪੈ ਗਿਆ। ਅੱਛਾ, ਜਿਹੜੇ ਥੋੜੇ ਜਿਹੇ ਪਿਓਰਿਟਨ ਲੋਕ ਨੇ ਨਾ, ਉਹ ਪਤਾ ਕੀ ਕਰਦੇ ਨੇ, ਹਾਂ ਕਿ ਜਨਾਬ ਅਸੀਂ ਮਸਲਨ ਇੰਜ ਨਹੀਂ ਲਿਖਣਾ, ਅਸੀਂ ਕਿਉਂ ਨਾ ਇੰਜ ਲਿਖੀਏ, ਨਹੀਂ ਲਿਖਦੇ ਅਸੀਂ ਉਸ ਤਰ੍ਹਾਂ, ਅਸੀਂ ਫੌਰਨ ਉਸ ਤਰ੍ਹਾਂ ਨਹੀਂ ਲਿਖਣਾ, ਮੈਂ ਇਸ ਤਰ੍ਹਾਂ ਕਿਉਂ ਨਾ ਲਿਖਾਂ, ਸੌਰੀ मैं इंज लिखना, फौरन इंज ही पढ़ना, मैं तकरीबन इंज ही लिखना, और है इस तरह लिखा जाता। मैं तुहानू दसां, मैं पढ़िया इदां, हां तकरीबन तकरीबन लिखते ने लोग। ठीक है, अच्छा एक लफ्ज एक आ गया जी, दो ज़बर दी आ गई। एक होर ਇਹ ਨਿੱਕਾ ਅਲਫ ਦੇ ਬਾਅਦ ਫਿਰ ਅਸੀਂ ਬ੍ਰੇਕ ਕਰਨੇ ਆ ਤੇ ਫਿਰ ਅਸੀਂ ਰੀਡਿੰਗ ਕਰਾਂਗੇ। ਉਹ ਨਿੱਕਾ ਅਲਫ ਜਿਹੜਾ ਨਾ ਜੀ, ਉਹ ਇਹ ਵੀ ਨਿੱਕਾ ਜਿਹਾ ਇਹ ਉੱਤੇ ਪੈਂਦਾ ਹੈ, ਔਰ ਇਹ ਵੀ ਖਾਲਸ ਅਰਬੀ ਲਫ਼ਜ਼ਾਂ ਦੇ ਨਾਲ ਪੈਂਦਾ, ਇਹ ਵੀ ਆ ਦੀ ਆਵਾਜ਼ ਦਿੰਦਾ। ਤੁਹਾਨੂੰ ਸ਼ਾਹਮੁਖੀ ਦੇ ਵਿੱਚ ਇਹ ਨਜ਼ਰ ਆਏਗਾ, ਬਹੁਤ ਘੱਟ ਨਜ਼ਰ ਆਏਗਾ, ਲੇਕਿਨ ਆਏਗਾ ਜ਼ਰੂਰ। ਉਹਨੇ ਆਪ ਹੀ ਪਾਤਾ, क्यों पाया भाई? आई हाँ जी, लैला लैला कित्थों पहले पिया सी भी अपने आप ही पढ़ता सी हुण क्यों नहीं पा रहा, कित्थे सी नहीं मूसा, हजरत मूसा मोसेस जिन्हों असीं कहने, इसी तरह ईसा। लैला मूसा ईसा इस तरह लिखा होएगा। ਇਹਦੀ ਆਵਾਜ਼ ਆ ਦੀ ਨਿਕਲੂਗੀ। हाँ, ਇਹਨੂੰ लैली मूसी नहीं पढ़ोगे, ईसी नहीं पढ़ोगे। लिहाजा लिहाजा जड़ा है असी अलिफ नाल लिखना, लिहाजा इस तरह भी लिख देना है, या इस तरह, लेकिन यह जड़ा इस करैक्ट तरीका जड़ा असी पहले पाया। लिहाजा अदना एक ना हैगा कुड़ियां दा, सलमा। नहीं बट ये छोटी है कित्थों आ जाती है? छोटी ये नाल ही पैंदा है। अच्छा, मतलब that is how it is। ਇੱਥੇ ਤੇ ਛੋਟੀ ਜਿਹੀ ਤੋਂ ਬਗੈਰ ਪਿਆ ਹੋਇਆ ਨਾ, ਲਿਹਾਜ਼ਾ ਜਿਹੜਾ
ਕਿਉਂ ਨਾ ਛੋਟੀ ਜਿਹੀ ਤੇ ਨਾਲ ਨਹੀਂ ਆ ਹਾਂ ਨਹੀਂ ਇਹ ਲਫ਼ਜ਼ਾਂ ਡਿਪੈਂਡ ਮਤਲਬ ਇਹ ਹੁਣ ਲਫ਼ਜ਼ ਹੈਗਾ ਨਹੀਂ 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 ਇਸਹਾਕ ਹੁਣ ਇਹਨੂੰ ਕੁਝ ਲੋਕ ਜਿਹੜੇ ਨੇ ਇਸ ਤਰ੍ਹਾਂ ਵੀ ਲਿਖਦੇ ਨੇ ਇਸਹਾਕ ਇਹ ਵੇ ਉਹਦਾ ਜਿਹੜਾ ਅਰਬੀ ਤਰੀਕਾ ਅੱਛਾ ਹੁਣ ਲਫ਼ਜ਼ ਹੈਗਾ ਫਤਵਾ ਫਤਵਾ ਜਾਣਦੇ ਹੋ ਨਾ ਫਤਵਾ ਫਤਵੇ ਦਾ ਪਤਾ ਵਾਓ ਇਹ ਫਤਵਾ ਹੈ बड़ा एक आम नाम है मुसलमाना दे विच मुस्तफा मुस्त नहीं ए मुस्तफा अच्छा ओ वड्डी ए नाल भी है ते निक्की ए नाल भी है मुस्तफा इंज भी होएगा और मुस्तफा हाँ अपने आप ही लिख देंगे ਇਹ ਮੁਸਤਫਾ ਦੋਨਾਂ ਤਰੀਕਿਆਂ ਨਾਲ ਲਿਖਿਆ ਜਾਂਦਾ ਹੈ ਲੇਕਿਨ ਇੱਥੇ ਇਹ ਨਿੱਕਾ ਅਲਫ ਜ਼ਰੂਰ ਪਏਗਾ ਨਿੱਕਾ ਅਲਫ ਪਏਗਾ ਤੇ ਫਿਰ ਅਸੀਂ ਉਹਨੂੰ ਪੜ੍ਹ ਸਕਦੇ ਹਾਂ लैला मूसा ईसा लिहाजा अदना ये लफ्ज़ ठीक है जी ਨਹੀਂ ਜਿਹੜਾ ਨਾਮ ਦੇ ਵਿੱਚ ਤੁਸੀਂ ਤੋਏ ਯੂਜ਼ ਕੀਤਾ ਹੈ ਇਹ ਕੋਈ ਰੂਲ ਹੈ ਕਿ ਤੇ ਨਹੀਂ ਹੁੰਦਾ ਤੋਏ ਹੁੰਦਾ ਜਾਂ ਇਹ ਲਫ਼ਜ਼ ਇੰਜ ਹੀ ਆਏ ਨੇ ਜੀ ਉੱਥੋਂ ਆਏ ਨੇ ਅੱਛਾ ਤੇ ਉਵੇਂ ਲਿਖਿਆ ਹੈ ਇਹ ਲਫ਼ਜ਼ ਹੀ ਅਰਬੀ ਨੇ ਮੁਸਤਫਾ मूसा ईसा ਇਹ ਲਫ਼ਜ਼ ਅਰਬੀ ਨੇ ਉਹ ਇਹਨਾਂ ਹਰਫਾਂ ਨਾਲ ਹੀ ਲਿਖਿਆ ਹੈ ਠੀਕ ਜੀ ਇਹ ਬਹੁਤ ਘੱਟ ਅਰਬੀ ਲਫ਼ਜ਼ ਸੀ ਇਹਦੇ ਵਿੱਚ ਤੁਹਾਨੂੰ ਲੇਕਿਨ ਇਹ ਤੁਹਾਨੂੰ ਕਿਤੇ ਨਜ਼ਰ ਆ ਜਾਣ ਤੇ ਫਿਰ ਤੁਸੀਂ ਜ਼ਾਹਿਰ ਮਤਲਬ ਇਹਨੂੰ ਲੈ ਲੀ ਨਾ ਪੜੋ ਮੂਸੀ ਨਾ ਪੜੋ ਜਾਂ ਅਦਨੀ ਜਾਂ ਫਤਵੀ ਇਹਨੂੰ ਫਤਵਾ ਲੈਲਾ ਮੂਸਾ ਪੜਿਆ ਲੇਕਿਨ ਇਹ ਨਜ਼ਰ ਆਣਾ ਚਾਹੀਦਾ ਪਾਣਾ ਚਾਹੀਦਾ ਜੇ ਨਹੀਂ ਹੈ ਤਾਂ ਫਿਰ ਮੈਂ ਇਹਨੂੰ ਲੈਲਾ ਨਹੀਂ ਪੜਾਂਗਾ ਜੇ ਇਹ ਨਹੀਂ ਹੈ ਫਿਰ ਮੈਨੂੰ ਮੂਸਾ ਨਹੀਂ ਪੜਾਂਗਾ ਅਗਰ ਇਹਦੇ ਬਗੈਰ ਵੀ ਲੋਕ ਪਾਣਗੇ ਇਹ ਬਹੁਤ ਘੱਟ ਨੇ ਜੇ ਮੈਂ ਸ਼ੁਰੂ ਦੱਸਿਆ ਸੀ ਜਿਹੜੀਆਂ ਮੇਜਰ ਹੈ ਨਾ ਜੀ ਵੱਡੀਆਂ ਅਲਾਮਤਾਂ ਉਹ ਅਸੀਂ ਪੜ੍ਹ ਚੁੱਕੇ ਹਾਂ ਜ਼ੇਰ ਜ਼ਬਰ ਪੇਸ਼ ਵਾਓ ਇਹ ਨੂਨ ਗੁੰਨਾ ਉਹ ਐ ਨੇ ਔਰ ਸ਼ਾਦ ਅਸੀਂ ਪੜ੍ਹ ਲਈਏ ਠੀਕ ਜੀ ਠੀਕ ਹੈ ਅਸੀਂ ਫਿਰ ਥੋੜੀ ਜਿਹੀ ਬ੍ਰੇਕ ਕਰ ਲਈਏ ਫਿਰ ਰੀਡਿੰਗ ਕਰ ਲਈਏ ਕਰ ਲਈਏ ਕਿੰਨੀ ਬ੍ਰੇਕ ਕਰੀਏ 10 ਮਿੰਟ ਠੀਕ ਹੈ ਮੈਨੂੰ 10 ਮਿੰਟ ਕਰ ਲਓ ਚਲੋ 10 ਮਿੰਟ ਕਰਨੇ ਆ 25 ਹੋਏ ਨੇ 35 ਤੇ ਮਿਲਨੇ ਆ ਮੇਰੇ ਕੋਲ ਜਿਹੜੇ ਠੀਕ ਹੈ ਹੋਰ ਠੀਕ ਸਿੱਦੀਕੀ ਸਾਹਿਬ ਇੱਕ ਗੱਲ ਦੱਸੋ ਤੁਹਾਡੀ ਉਹ ਗੁਰਮੁਖੀ ਵਾਲੀ ਕਲਾਸ ਕੈਸੀ ਚੱਲ ਰਹੀ ਹੈ ਗੁਰਮੁਖੀ ਵਾਲੀ ਕਲਾਸ ਅੱਛੀ ਆ ਠੀਕ ਆ ਕੀ ਰਿਸਪੌਂਸ ਹੈ ਉਹ ਅੱਛੀ ਹੈ ਹਾਂ ਉਹਦੇ ਚ ਵੀ ਜ਼ਿਆਦਾ ਲੋਕ ਤੇ ਨਹੀਂ ਹਨ ਲੇਕਿਨ ਜਿਹੜੇ ਹੈ ਨੇ ਉਹ ਬਹੁਤ ਅੱਛੀ ਹੈ ਬਹੁਤ ਜਲਦੀ ਉਹਨਾਂ ਨੂੰ ਕਿੱਦਾਂ ਲੱਗ ਰਿਹਾ ਹੈ ਜਿਵੇਂ ਅਸੀਂ ਕਿਉਂਕਿ ਦੇਖੋ ਜ਼ੁਬਾਨ ਤਾਂ ਇੱਕ ਹੈ ਲਿਖਣ ਦਾ ਤਰੀਕਾ ਡਿਫਰੈਂਟ ਹੈ ਉਹਨਾਂ ਨੂੰ ਕਿੱਦਾਂ ਲੱਗ ਰਿਹਾ ਹੈ ਜਿਵੇਂ ਪੰਜਾਬੀ ਚ ਸਾਰਾ ਕੁਝ ਜਿਵੇਂ ਜੋ ਹੈ ਉਦਾਂ ਹੀ ਹੈ ਹਨਾ ਸੋ ਉਹ ਉਹਨਾਂ ਨੂੰ ਕਿਹਦਾ ਲੱਗੀ ਇਹ ਗੱਲ ਮਜ਼ਾ ਲੈ ਰਹੇ ਨੇ ਸਾਡੇ ਵਾਂ ਉਹ ਸਵਾਲ ਦੇਖੋ ਜੀ ਉਹ ਮਤਲਬ ਹੈ ਕਿ ਹੁਣ ਮੈਂ ਇਹ ਜੋ ਬੋਲਣਾ ਪਿਆ ਔਰ ਕਿਸੇ ਹੋਰ ਸਕ੍ਰਿਪਟ ਲਿਖਣਾ ਜਦੋਂ ਮੈਂ ਲਿਖਣਾ ਸ਼ੁਰੂ ਕਰ ਦਿੰਦਾ ਮੈਨੂੰ ਆ ਜਾਂਦੀ ਹੈ ਉਹ ਤੱਕ ਇੱਕ ਮੈਨੂੰ ਇੱਕ ਮਿਲਦੀ ਹੈ ਨਾ ਇੰਪਾਵਰਮੈਂਟ ਵੀ ਮਿਲਦੀ ਹੈ ਉਹਦੀ ਖੁਸ਼ੀ ਵੀ ਹੁੰਦੀ ਹੈ ਔਰ ਇਹ ਉਹਦਾ ਮੈਨੂੰ ਨਵੀਂ ਚੀਜ਼ ਆ ਰਹੀ ਹੈ ਮੇਰੇ ਕੋਲ ਔਰ ਉਹ ਨਵੀਂ ਚੀਜ਼ ਜਿਹੜੀ ਹੈ ਉਹ ਬਹੁਤ ਵੱਡਾ ਹੈ ਇੱਕ ਉਹਦਾ ਖੁੱਲਦੀ ਹੈ ਤੁਹਾਡੇ ਸਾਹਮਣੇ ਇੱਕ ਦੁਨੀਆ ਖੁੱਲਦੀ ਹੈ ਇਸ ਸਕ੍ਰਿਪਟ ਦੇ ਨਾਲ ਇੱਕ ਪੂਰੀ ਦੁਨੀਆ ਨਵੀਂ ਖੁੱਲਦੀ ਹੈ ਤੇ ਉਹਦੀ ਐਕਸਾਈਟਮੈਂਟ ਵੀ ਹੁੰਦੀ ਹੈ ਉਹਦਾ ਸਵਾਦ ਵੀ ਹੁੰਦਾ ਤੁਸੀਂ ਆਪਣੇ ਆਪ ਨੂੰ ਕਲੋਨ ਕਰ ਰਹੇ ਹੋ ਤੁਸੀਂ ਰਿਅਲਾਈਜ਼ ਕੀਤਾ ਇਸ ਗੱਲ ਨੂੰ ਦੋਨੋਂ ਪਾਸੇ ਉਹ ਮੇਰਾ ਖਿਆਲ ਹੈ ਕਿ ਹਾਂ ਇੱਕ ਜਿਹੜਾ ਨਾ ਜੀ ਉਹਦਾ ਫਾਇਦਾ ਇਹ ਹੋਇਆ ਹੈ ਕਿ
क्लास के पार्टिसिपेंट्स वास्ते कि ਜਿਹੜੇ ਸ਼ਾਹਮੁਖੀ ਵਾਲੀ ਕਲਾਸ ਹੈ ਜਿਹੜੀ ਥੋੜੀ ਜੀ ਬੈਕਗ੍ਰਾਉਂਡ ਗੁਰਮੁਖੀ ਦੀ ਹੈ ਉਹ ਵੀ ਨਾਲ ਅਗਰ ਰੈਫਰੈਂਸ ਮਿਲਦਾ ਜਾਵੇ ਤੇ ਫਿਰ ਉਹਦੀ ਅੰਡਰਸਟੈਂਡਿੰਗ ਥੋੜੀ ਆਸਾਨ ਹੁੰਦੀ ਹੈ। ਔਰ ਗੁਰਮੁਖੀ ਪੜ੍ਹਨ ਲੱਗਿਆਂ ਸ਼ਾਹਮੁਖੀ ਦੀ ਨਾਲ ਜੇ ਅਸੀਂ ਮਿਸਾਲ ਦਿੰਦੇ ਜਾਈਏ ਤਰੀਕਾ ਦੱਸਦੇ ਜਾਈਏ ਆਵਾਜ਼ਾਂ ਦਾ ਤੇ ਫਿਰ ਉਹ ਵੀ ਥੋੜੀ ਜਿਹੀ ਉਹਦੀ ਐਡਿਡ ਸਾਨੂੰ ਉਹਦੀ ਫੈਸਿਲਿਟੀ ਮਿਲ ਜਾਂਦੀ ਹੈ ਅੰਡਰਸਟੈਂਡਿੰਗ ਵਾਸਤੇ। ठीक है, थैंक यू। चलो ब्रेक ले लेने हैं। चलो ठीक है जी, ओके ओके सर। क्योंकि रिकॉर्डिंग ਅਸੀਂ ਭੁੱਲ ਜਾਂਦੇ ਹਾਂ। ਮੈਂ ਹੁਣ ਕਰਨਾ ਜੀ ਸ਼ੇਅਰ ਉਹ ਵਾਲਾ ਪੇਜ ਹੈ। ठीक आर्य समाज पे नजर क्यों नहीं आ रहा आर्य समाज? बेसिक मैं फाइल खोली तो है डाउनलोड करके, लेकिन मैनू इत्थे जदों मैं आ गया ਆ ਗਿਆ। इतना ठीक है। जूम ਅਮਰਦੀਪ हाँ जी ठीक है। ਬੋਲੋ। ठीक है। सो ऊपर वाली लाइन तो अगर शुरू करिए जी ਤਾਂ ਆਰੀਆ ਸਮਾਜ ਵਿੱਚ ਅਦਲਾ ਬਦਲੀਆਂ ਤੇ ਮਹਾਭਾਰਤ। हाँ जी बहुत अच्छी। ਹੁਣ ਤੁਸੀਂ ਇੱਕ ਠੀਕ ਹੈ ਚੀਜ਼ ਨੋਟ ਕਿ- ਕੀਤੀ, ਹੁਣ ਤੁਸੀਂ ਇੱਕ ਚੀਜ਼ ਨੋਟ ਹਮ। ਕੀਤੀ ਹੈ ਕਿ ਵਿੱਚ ਦੇ ਵਿੱਚ ਉਹਨਾਂ ਨੇ ਜ਼ੇਰ ਨਹੀਂ ਪਾਈ ਵਾਓ ਦੇ ਥੱਲੇ, ਹਾਂਜੀ ਲੇਕਿਨ ਅਸੀਂ ਉਹਨੂੰ ਵਿੱਚ ਪੜ ਲਿਆ ਹੂੰ ਤੇ ਇਹ ਇਸ ਤਰ੍ਹਾਂ ਹੀ ਸਾਨੂੰ ਲਿਖਤੀ ਦੇ ਵਿੱਚ ਲਫ਼ਜ਼ ਇਸ ਤਰ੍ਹਾਂ ਨਜ਼ਰ ਆਉਣਗੇ। ਹੁਣ ਆਰੀਆ ਨੂੰ ਵੀ ਆਰੀਆ ਦੇ ਥੱਲੇ ਜਿਹੜੀ ਰੇ ਹੈ ਨਾ ਉਹਦੇ ਥੱਲੇ ਵੀ ਅਸਲ ਦੇ ਵਿੱਚ ਇੱਕ ਜ਼ੇਰ ਹੈਗੀ ਹੈ, ਲੇਕਿਨ ਉਹ ਪਈ ਨਹੀਂ ਹੋਈ, ਤੁਸੀਂ ਉਹਨੂੰ ਆਰੀਆ ਹੀ ਪੜਿਆ ਹੈ। ਆਰੀਆ ਸਮਾਜ ਵਿੱਚ ਅਦਲਾ ਬਦਲੀਆਂ ਤੇ ਮਹਾਭਾਰਤ। ਠੀਕ ਸੀ, ਅੱਗੇ ਚੱਲੀਏ। ਮੈਂ ਐਕਚੁਅਲੀ ਥੋੜਾ ਲਿਖ ਕੇ ਵੀ ਰੱਖਿਆ ਹੋਇਆ ਨਾਲ ਨਾਲ ਨਾ, ਗੁਰਮੁਖੀ ਚ ਮੈਂ ਟਾਈਪ ਕਰ ਲਿਆ ਸੀ ਉਹ ਥੋੜਾ, ਕਿਉਂਕਿ ਮੈਨੂੰ ਬਹੁਤ ਟਾਈਮ ਲੱਗਿਆ ਪੜਨ ਤੇ ਨਾ, ਵਿੱਚ ਜਿਹੜੇ ਕੁਛ ਦਾ ਟਕਰਾਵੀ ਢੰਗ। ठीक है। ਰਾਹੀਂ हाँ एक ਦੁਨੀਆ एक एक ठहरो जरा, ਜਿਹੜਾ ਲਫ਼ਜ਼ ਹੈ ਟਕਰਾਵੀ ਤੁਸੀਂ ਪੜਿਆ, ਉਹ ਦੋ ਲਫ਼ਜ਼ ਸਾਨੂੰ ਲੱਗਦੇ ਨੇ ਕਿ ਹੋ ਸਕਦੇ ਨੇ, ਇੱਕ ਟਕਰਾਵੇਂ ਹੋ ਸਕਦਾ, ਇੱਕ ਟਕਰਾਵੀ ਹੋ ਸਕਦਾ। ਤੁਸੀਂ ਟਕਰਾਵੀ ਪੜਿਆ। ਹਾਂ ਰਾਈਟ, ਅੱਛਾ ਹਾਂ ਠੀਕ ਹੈ। ਇੰਜ ਹੀ ਲਿਖਿਆ ਜਾਏਗਾ ਲਫ਼ਜ਼। ਇਹ ਸਾਨੂੰ ਢੰਗ ਦੱਸੇਗਾ ਕਿ ਇਹ ਟਕਰਾਵੇਂ ਹੈ ਜਾਂ ਟਕਰਾਵੀ ਹੈ। ਸਮਝ ਗਿਆ। ਠੀਕ ਹੈ। ਢੰਗ ਜਦੋਂ ਅਸੀਂ ਦੇਖ ਲੈਂਦੇ ਹਾਂ ਨਾਲ ਤੇ ਫਿਰ ਸਾਨੂੰ ਲੱਗਦਾ ਹੈ ਕਿ ਇਹ ਟਕਰਾਵੇਂ ਢੰਗ ਹੈ ਲਫ਼ਜ਼, ਟਕਰਾਵੇਂ ਹੋਣਾ ਚਾਹੀਦਾ। ਹਾਂ ਇਹ ਟਕਰਾਵੇਂ ਨੇ। ਤੇ ਸਾਨੂੰ ਬਾਜ਼ ਔਕਾਤ ਇਹ ਜਿਹੜੀਆਂ ਨਾ ਜੀ ਅਗਲਾ ਲਫ਼ਜ਼ ਸਾਨੂੰ ਦੱਸਦਾ ਹੈ ਕਿ ਇਹਨੂੰ ਅਸੀਂ ਕਿਸ ਤਰ੍ਹਾਂ ਬੋਲਣਾ ਹੈ। ਮਸਕੂਲਨ ਫੈਮਿਨਿਨ ਵੀ ਬਾਜ਼ ਔਕਾਤ ਸਾਨੂੰ ਅਗਲਾ ਲਫ਼ਜ਼ ਹੀ ਦੱਸਦਾ ਹੈ। ਇਹਨੂੰ ਟਕਰਾਵੇਂ ਅਸੀਂ ਪੜ੍ਹੀਏ, ਟਕਰਾਵੇਂ ਢੰਗ ਰਾਹੀਂ। ਰਾਹੀਂ ਦੁਨੀਆ ਦੇ ਕਬੀਲੇ ਵਾਰੀ ਵਾਰੀ ਐਂਡ ਵਸੇਬ।
दे, ये है बारे, जी तत, कढ़ाई गई है। कढ़िया गया है, अच्छा ओके, कढ़िया, ठीक। कढ़िया गया है। ਹੁਣ ਤੁਸੀਂ ਦੇਖੋ ਕਿ ਟਕਰਾਵੇਂ ਢੰਗ ਰਾਹੀਂ ਦੁਨੀਆ ਜਿਹੜਾ ਲਫ਼ਜ਼ ਤੁਸੀਂ ਪੜਿਆ, ਦੁਨੀਆ ਦੀ ਦਾਲ ਜਿਹੜੀ ਹੈ ਉਹਦੇ ਉੱਤੇ ਪੇਸ਼ ਮੌਜੂਦ ਹੈ ਆਵਾਜ਼ ਦੇ ਵਿੱਚ, ਲੇਕਿਨ ਪੇਸ਼ ਲਿਖੀ ਨਹੀਂ ਗਈ। ਲੇਕਿਨ ਤੁਸੀਂ ਉਹਨੂੰ ਪੜਿਆ ਠੀਕ ਹੈ, ਤੁਸੀਂ ਉਹਨੂੰ ਉਂਝ ਹੀ ਪੜਿਆ ਜਿਵੇਂ ਕਿ ਇਹ ਹੋਣਾ ਪੜਨਾ ਚਾਹੀਦਾ। ਤੁਸੀਂ ਪੇਸ਼ ਦੇ ਨਾਲ ਹੀ ਪੜਿਆ, ਲੇਕਿਨ ਉਹ ਪੇਸ਼ ਹੈ ਨਹੀਂ, ਲੇਕਿਨ ਤੁਸੀਂ ਪੜ੍ਹੀ ਹੈ। ਇਹ ਲਫ਼ਜ਼ ਦੀ ਪਛਾਣ ਹੈ। ਤੁਸੀਂ ਪਛਾਣ ਠੀਕ ਕੀਤੀ ਹੈ, ਪੜ੍ਹ ਠੀਕ ਗਿਆ। मेरी गल समझो। हाँ जी हाँ जी, तक कढ़िया गया है। टकरावें ढंग राही दुनिया दे कबीलेवारी वसेब दे बारे तक कढ़िया गया है जो जी जी अगे जो ਉਹਨਾਂ ਵਿੱਚ ਦੋ ਤਰ੍ਹਾਂ ਦੇ ਅਦਾਰੇ जी ਅਗਵਾਈ जी ਕਰਦੇ ਸਨ। ठीक जबरदस्त। ਇੱਕ ਤੇ ਇਹ ਅਗਲਾ ਨਹੀਂ ਮੈਨੂੰ ਸਮਝ ਆਇਆ। ਐਨ ਐਨ ਬੇ ਅਲਿਫ अबा अबा पूरा लफ्ज पढ़ो ना मिला के। ए मैं उदे इबादत इबादतां इबादतां जबरदस्त। एंड रे रे सीन नाल एंड सीन अलिफ सीन दे नाल मीम रली हुई है। मीम ओके हाँ फिर अलिफ और नून करना। रस्मा रस्मा ते जी। ये अगला मैनू नहीं समझ आया। ये है मीम जी ये एंड छोटी है या बड़ी है? हाँ हाँ मीम ये मिया मीम ये लाम हाँ। ये अलिफ नून गुन्ना नहीं तो मीम मीम ये लाम ये अलिफ और नून गुन्ना। ये लफ्ज बनेगा मेलियां। मेले हाँ ओके। मेला लफ्ज है, मेला या मेले उथों मेलियां बनाया गया। मेल ओके मेलियां दा प्रबंध करते सन जी ते दूजे ये नहीं मैनू समझ आया। वाओ है एंड दाल शीन है दाल है दाल। अच्छा सॉरी दाल है ओके दाल है शीन है मीम मीम मरोड़ी जड़ी है ना गोल मरोड़ी वो मीम ही है। ओके जिवें तुसीं मेलियां च पढ़िया दुश्मन 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 ओके दुश्मन कबीलियां दुश्मन कबीलियां नाल हाँ लाम है लाम रे
अलिफ ओके लड़ाई, लड़ाई, हाँ लड़ाई दी, मुहार, मुहार, हाँ मुहार वाले हुंदे जी सन, सन, आरियावां हम्म, विच दी, विच दी, ये वाव है, गोल है, ये कंफ्यूज करता है दाल और वाव। हाँ ये वाव थे दोनों बिल्कुल सेम ही सेम लग रहे हैं। इंजी इंजी कंफ्यूज करता, मतलब ये देखो ना, ਇਹ ਜਿਹੜਾ ਵਾਵ ਹੈ ਸਾਨੂੰ ਗੁਲਾਈ ਨਜ਼ਰ ਆਏਗੀ, ਇੱਥੇ ਜਿਹੜਾ ਨਾ ਕੱਟ ਨਜ਼ਰ ਆਏਗਾ, ਇਹ ਦਾਲ ਹੈ, ਇੱਥੇ ਦੋਵੇਂ ਇਕੱਠੇ ਨੇ, ਇੱਥੇ ਹੁਣ ਤੁਸੀਂ ਦੇਖੋ ਨਾ थोड़ा ਦੂਜੇ फर्क है। ਤੋਂ ਹਾਂ ਪੈ ਇਹ ਦਾਲ ਹੈ ਤੇ ਇਹ ਵਾਵ ਹੈ, ਇਹ ਜਿਹਾ ਫਰਕ ਹੈ, ਬਸ ਇਹਨੂੰ ਥੋੜਾ ਧਿਆਨ ਚ ਰੱਖਣਾ ਪੈਂਦਾ। ਆਰਿਆਵਾਂ ਵਿੱਚ ਵੀ विच ਕਬੀਲੇ दी सोजी, ਇਹ ਭੇਬ ਹੈ, ਨੁਕਤਾ ਤੇ ਬੇ ਦਾ ਨਾਲ ਦੋ ਚਸ਼ਮੀ ਹੈ ਮਿਲ ਕੇ ਉਹ ਭੇ ਬਣਿਆ ਹੈ। ਪਹਿਲੇ ਸ਼ੁਰੂ ਦੇ ਵਿੱਚ ਸੀਨ ਹੈ, ਫਿਰ ਭੇਬ ਹੈ ਤੇ ਨਾਲ ਅਲਿਫ ਮਿਲ ਗਿਆ, ਇਹ ਬਣ ਗਿਆ ਸਭਾ, सोबा, ਸਭਾ, सभा, ਸਭਾ। सभा, सभा विच दो तरह दियां जी मोरी, जी सीन एंड ते दो चश्मी है, सथा, सथा, सत्था, बिल्कुल मोहरी सत्था, बनावण जी दा जिक्र है, बिल्कुल ठीक, एक जी ते ठीक है। ਹੁਣ ਤੁਸੀਂ ਦੇਖਿਆ ਕਿ ਲਫ਼ਜ਼ ਤੁਸੀਂ ਠੀਕ ਪੜ ਗਏ ਹੋ, ਇੱਕ ਜਿਹੜਾ ਅਲਿਫ ਹੈ ਉਹਦੇ ਥੱਲੇ ਜ਼ੇਰ ਮੌਜੂਦ ਹੈ, ਲਫ਼ਜ਼ ਦੇ ਵਿੱਚ ਮੌਜੂਦ ਹੈ, ਲਿਖਣ ਦੇ ਵਿੱਚ ਨਹੀਂ ਉਹਨਾਂ ਨੇ ਪਾਈ, ਲੇਕਿਨ ਤੁਸੀਂ ਪੜ ਠੀਕ ਗਏ ਹੋ। ਹਾਂ ਜਿਹੜੇ ਸਿੰਪਲ ਵਰਡ ਮਤਲਬ ਜਿਹੜੀ ਵੋਕੈਬਲਰੀ ਚ ਪਹਿਲਾਂ ਹੀ ਹੈ ਨੇ ਨਾ ਵਰਡ, ਉਹ ਪੜੇ ਜਾਂਦੇ ਆ। ਹਾਂ ਬਟ ਅਗਰ ਕੋਈ ਵਰਡ ਇਦਾਂ ਦਾ ਹੁੰਦਾ ਹੈ ਜਿਹੜਾ ਨਹੀਂ ਸੁਣਿਆ ਹੋਇਆ ਤਾਂ ਉਹ ਨਹੀਂ ਸਮਝ ਆਉਂਦਾ। ਠੀਕ, ਇੱਕ ਤੇ ਮਜਬੀ ਜੀ, ਇਬਾਰਤਾਂ ਤੇ ਇਬਾਦਤਾਂ, ਦਾਲ ਹੈ, ਅੱਛਾ ਹਾਂ ਓਕੇ, ਇਬਾਦਤਾਂ ਤੇ ਜੀ ਰੇ ਦੇ ਨਾਲ ਹੇਵ, ਏ ਦੇ ਨਾਲ ਤੇਵ, ਰਹਿਤਲੀ, ਰਹਿਤਲੀ, ਰਹਿਤਲ ਅਸੀਂ ਕਲਚਰ ਨੂੰ ਕਹਿੰਦੇ ਆ ਨਾ ਜੀ। मीम 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 ये लाम ये, मेले मेले ओके, वगैरह जी, करन लई हाँ ते दूजी कबायली कबायली जंगा लड़न लई, जंगा लड़न लई, जबरदस्त, बहुत अच्छे। देखो ਇੰਨੀਆਂ ਮੁਸ਼ਕਲ ਇਹਦੇ ਵਿੱਚ ਚੀਜ਼ਾਂ ਸਨ, ਮੇਰਾ ਖਿਆਲ ਸੀ ਕਿ ਉਹ ਮੁਸ਼ਕਲ ਪੈਦਾ ਕਰਨੀਆਂ, ਖਾਸ ਤੌਰ ਤੇ ਜਿੱਥੇ ਹਮਜ਼ਾ ਆਇਆ ਨਾ ਜੀ, ਲਈ ਲਫ਼ਜ਼ ਹੈ, ਕਬਾਇਲੀ ਲਫ਼ਜ਼ ਹੈ, ਤੁਸੀਂ ਉਹਨੂੰ ਬਿਲਕੁਲ ਅਗਵਾਈ ਲਫ਼ਜ਼ ਹੈ, ਤੁਸੀਂ ਇਹ ਹਮਜ਼ਾ ਨੂੰ ਬਿਲਕੁਲ ਸਹੀ ਤਰੀਕੇ ਨਾਲ ਤੁਸੀਂ ਪੜ੍ਹ ਗਏ ਹੋ, ਉਹਦੀ ਆਵਾਜ਼ ਸਹੀ ਹੈ। ਰੈਤਲੀ ਮੇਲੇ ਵਗੈਰਾ ਕਰਨ ਲਈ ਤੇ ਦੂਜੀ ਕਬਾਇਲੀ ਜੰਗਾਂ ਲੜਨ ਲਈ, ਬਿਲਕੁਲ ਹਮਜ਼ਾ ਦੀ ਇਹ ਆਵਾਜ਼ਾਂ ਇਹਨਾਂ ਦੇ ਵਿੱਚ ਮੌਜੂਦ ਹੈ। ਮੇਰਾ ਖਿਆਲ ਹੈ ਕਿ ਤੁਸੀਂ ਬਹੁਤ ਅੱਛਾ ਪੜ੍ਹਿਆ ਤੇ ਮਤਲਬ ਪਹਿਲੇ ਦਿਨ ਲਈ ਇੰਨਾ ਠੀਕ ਹੈ, ਬਾਕੀ ਦੋਸਤ ਵੀ ਪੜ੍ਹਦੇ ਨੇ। ਗੁਰਦਾਸ ਜੀ ਤੁਸੀਂ ਕੁਝ ਕਰੋਗੇ, ਥੋੜੀ ਜਿਹੀ ਕੁਛ?
ਹਾਂਜੀ ਮੈਂ ਵੀ ਕਰ ਦਿੰਦਾ, ਤੁਸੀਂ ਆਹ ਭਾਵੇਂ ਗਾਂ ਤੁਸੀਂ ਪੜ੍ਹ ਦਿੰਦੇ। ਤੁਸੀਂ ਇਹੋ ਜਿਹਾ ਪੜੋਗੇ ਜਾਂ ਕੋਈ ਹੋਰ ਕੋਈ ਪੀਸ ਪੜੋਗੇ? ਇਹ ਦੂਸਰਾ ਜਿਹੜਾ ਇਹ ਤੋਂ ਗਾਹਾਂ ਆਉਂਦਾ, ਇੱਕ ਮਿੰਟ ਠਹਿਰੋ, ਮੈਨੂੰ ਉਹ ਦੱਸ ਦਿਓ, ਆਉਂਦਾ, ਮੈਂ ਲੈ ਲੈਣਾ। ਤੁਸੀਂ ਲਓ ਦੱਸ ਦੇਣਾ। ਪੇਜ 33 ਤੁਸੀਂ ਪੇਜ ਮੈਨੂੰ ਪੇਜ ਜਿਹੜਾ ਮੈਨੂੰ ਕਾਲਜ ਦੇ ਫਰਸਟ, ਮੈਨੂੰ ਲੱਭ ਗਿਆ, ਲੱਭ ਗਿਆ। ਲੱਭ ਗਿਆ, ਇਹਨੂੰ ਕਰਨਾ। ਕਿਹੜਾ ਹੈ ਦੇਖਦੇ ਹਾਂ। ਹਾਂ ਇਹੋ ਹੀ ਹੈ, ਇਹਨੇ ਨਹੀਂ ਲਿਖਤਾ, ਬਸ ਇਹੀ ਥੋੜੀ ਜਿਹਾ ਬੜਾ ਕਰ ਦੋ, ਇਹੀ ਆ। ਇਹ ਵੇ ਹਾਂਜੀ ਠੀਕ ਹੈ, ਇਹਨੂੰ ਵੱਡਾ ਕਿਸ ਨੇ ਕਰਤਾ? ਤੁਸੀਂ ਨਹੀਂ ਸੇਵ ਕਰਨਾ ਪੈਣਾ ਤੁਹਾਨੂੰ ਇਹ। ਮੈਂ ਤੇ ਨਹੀਂ ਇੱਥੋਂ ਨਹੀਂ ਸੀ ਕਰਨਾ, ਇਹਨੂੰ ਨਹੀਂ ਸੀ ਕਰਨਾ। ਹਾਂ ਹਾਂ ਇਹਨੂੰ ਨਹੀਂ ਸੀ ਕਰਨਾ, ਇਹਨੂੰ ਮੈਂ करना स्टॉक शेयर, वो 30 हो रहा है। नहीं 33 ਉਹਦਾ ਨਾਮ ਹੈ ਰੱਖਿਆ, ਮੈਨੂੰ ਨਜ਼ਰ ਕਿਉਂ ਨਹੀਂ ਆ ਰਿਹਾ। ਚਲੋ ਇਹ ਦੇਖਣਾ ਇੱਥੇ ਕੀ ਹੈ, ਇਹ ਵੇ ਬਸ ਇਹੀ। ਮੈਨੂੰ ਕਾਲਜ ਦੇ ਫਰਸਟ ਈਅਰ ਤੋਂ ਹੀ ਇਹ ਪੱਕ ਆ। ਹਾਂ ਪੱਕ ਸੀ, पे का पक, पे का पक, ਪੇਕਪਤ, ਇਹਦਾ ਮਤਲਬ ਕੀ ਹੈ ਪਤਾ पक ਜਾਂ ਅੰਦਾਜ਼ਾ? ਨਹੀਂ ਪੱਕੀ ਗੱਲ, ਪੱਕੀ ਮੈਂ ਸ਼ੋਰ ਸਾਂ, ਅੱਛਾ ਮੈਨੂੰ ਪੱਕਾ ਸੀ, ਇਸ ਚੀਜ਼ ਦਾ ਯਕੀਨ ਸੀ। ਠੀਕ ਹੈ। ਹਾਂ ਪੱਕ ਮੈਨੂੰ ਸ਼ੋਰ, ਹਾਂ ਜੀ ਸੀ ਜੋ ਮੈਂ ਫਲਸਫੇ ਵਿੱਚ MA ਕਰਾਂਗਾ। ਸਾਰੇ ਸੱਚਾ ਕਿਹਾ ਜੋ ਵਕਾਲਤ ਕਰ ਲਓ ਕਿਉਂ ਜੋ ਤੁਸੀਂ ਡਿਬੇਟ ਆ ਵਗੈਰਾ ਵਿੱਚ ਚੰਗੇ ਹੋ, ਪਰ ਮੈਂ ਉਹ ਗੱਲ ਸੁਣੀ ਅਣਸੁਣੀ ਕਰ ਦਿੱਤੀ। ਇਹ ਗੱਲ ਸੀ ਜੋ ਉਹਨਾਂ ਵੇਲਿਆਂ ਵਿੱਚ ਵਕਾਲਤ ਨੂੰ ਕੋਈ ਉੱਚ ਪੱਧਰ ਔਰ ਇਹ ਲਫ਼ਜ਼ ਥੋੜਾ ਜਿਹਾ ਟਾਈਪਿੰਗ ਦਾ ਇਸ਼ੂ ਮੈਨੂੰ ਲੱਗਦਾ ਹੈ। ਕੋਈ ਉੱਚ ਪੱਧਰਾ ਅਲਿਫ ਜਿਹੜਾ ਹੈ ਨਾ, ਇਹਦੇ ਨਾਲ ਤੁਸੀਂ ਪੜੋ ਉੱਚ ਪੱਧਰਾ ਦਰਜਾ। ਉੱਚ ਪੱਧਰਾ ਦਰਜਾ ਅਲਿਫ ਨਹੀਂ ਦੇ ਸੀ। ਬਾਅਦ ਨਾ ਸਪੇਸ ਹੋਣੀ ਚਾਹੀਦੀ ਸੀ ਤਾਂ ਕਿ ਪਤਾ ਚੱਲੇ ਹਾਂਜੀ ਥੋੜਾ ਜਿਹਾ ਰਲ ਗਿਆ ਹਨਾ। ਹਾਂ ਇਹਦੇ ਵਿੱਚ ਦਰਜਾ ਨਹੀਂ ਸੀ ਦਿੱਤਾ ਜਾਂਦਾ। ਸਾਡੀ ਤੇ ਸਾਡੇ ਤੋਂ ਸੀਨੀਅਰ ਕਲਾਸ ਵਿੱਚੋਂ ਸਵਾਏ
ਸਵਾਏ ਅਟੀ अति अति ये तोए है ना, ਉਹਦਾ अति ਉਹਦਾ नाम ਮਤਲਬ है, ਕੀ ਆ ਫਿਰ? नाम है ਅੱਛਾ ਅਟੀ, ਅੱਛਾ अति अति ਮੈਂ ਕਿਹਾ अति ਅਟੀ, ਮੈਂ ਕਿਹਾ ਕਿਸੇ ਸ਼ਹਿਰ ਦਾ ਨਾਂ ਹੈ ਅਟੀ नहीं नहीं ਦੇ। नहीं टी टे ना बोलो ना, तो बोलो तो ਹਾਂਜੀ तोए अति ਅਤੀ अति ਆਲਰਾਈਟ, ਠੀਕ ਹੈ। ਅਤੀ ਦੇ ਟਾਪ ਨੰਬਰ ਲੈਣ ਵਾਲਿਆਂ ਵਿੱਚੋਂ ਕੋਈ ਵੀ ਲਾ ਕਾਲਜ ਨਹੀਂ ਗਿਆ। ਪੰਜਾਬ ਯੂਨੀਅਰ पंजाबी यूनिवर्सिटी, ਆਓ पंजाब यूनिवर्सिटी, पंजाब यूनिवर्सिटी ਪੰਜਾਬ ਯੂਨੀਵਰਸਿਟੀ, ਓ ਹਾਂ, ਪੰਜਾਬ ਯੂਨੀਵਰਸਿਟੀ ਵਿੱਚ ਸਾਡੀ ਸੀਨੀਅਰ ਕਲਾਸ ਵਿੱਚ 5-6 ਮੁੰਡਿਆਂ ਵਿੱਚ तीन ਤਿੰਨ ਸਹੇਲੀਆਂ ਦੇ नहीं ਸਨ। नहीं नहीं तीन के बाद से लफ्ज पढ़ो, वो लफ्ज है साहिवाल। ਸਾਹੀਵਾਲ, ਠੀਕ ਹੈ। 3 ਸਾਹੀਵਾਲ ਸਾਹੀਵਾਲ, ਹਾਂ ਹੁਣ ਦਿਸਿਆ, ਸਾਹੀਵਾਲ ਦੇ ਸਨ, ਜਿਨ੍ਹਾਂ ਵਿੱਚ ਫਹੀਮ हाँ ਫਹੀਮ, ਜੋਜ਼ੀ, हम्म ਮੌਲਾਨਾ ਮੀਨ अमीन ਅਮੀਨ ਤੇ ਰਾਓ ਅਸ਼ਾਨ ਸਨ। ये लफ्ज है उस्मान। मैं भूल गया। अशमान सन, हाँ नाम है। अच्छा। दीपार तमन डाल है, डालिया डेपार डीपार डिपार्टमेंट सॉरी डिपार्टमेंट विच 5-6 मुंडे ते 15-20 ਕੁੜੀਆਂ ਹੁੰਦੀਆਂ ਸਨ ਤੇ ਸਾਡੀ ਕਲਾਸ ਵਿੱਚ ਵੀ ਇੰਜ ਹੀ ਸੀ। ਡਾਕਟਰ ਗਜ਼ਾਲਾ ਅਰਫਾਨ ਤੇ ਉਦੋਂ गजाला जियात हयात हयात बगैर नुक्ते तो है, खाली है, ये अलिफ और ते हयात। हयात मेरी क्लास विच सी। उदों मैं ਉਹਨਾਂ ਨਾਲ ਇਸ਼ਕ ਕਰਦਾ ਸਾਂ, ਪਰ ਉਹ ਮੈਨੂੰ ਸਭ ਤੋਂ ਵੱਡਾ ਦੋਸਤ ਮੰਨਦੀਆਂ ਸਨ। ਓਕੇ, ਮੰਨਦੀਆਂ ਸਨ। ਸਾਡੇ ਇਸ਼ਕ ਦਾ ਕਿੱਸਾ ਪੰਜਾਬ ਯੂਨੀਵਰਸਿਟੀ ਨਿਊ ਕੈਂਪਸ ਵਿੱਚ ਮਸ਼ਹੂਰ ਸੀ। ਮੈਂ ਇਸ इथों मैंने लिखा पै जाता पेड़ ते देखो। हाँ मतलब पेड़ और पीड़ दो वखरे लफ्ज ने, और जेर नाल पीड़ बनती है, लेकिन इतने नहीं पाई कि बस लोग पढ़ लें। मैं इस पीड़ विचों कई साल लंघाते। नहीं कई साल लंघिया ते इस विच घाटा गजाला दे ਵਿਆਹ ਤੋਂ ਮਗਰੋਂ ਹੋਇਆ। ਉਹਨਾਂ ਨਾਲ ਕਦੀ ਯਾਰੀ ਨਹੀਂ ਟੁੱਟੀ ਤੇ ਅਜੇ ਤੀਕਰ ਕਾਇਮ ਹੈ। ਮੈਂ ਇਸ ਤਜਰਬੇ ਨੂੰ ਇੱਕ ਨਜ਼ਮ ਵਿੱਚ फड़न
ਜਾਣ ਦਾ ਯਤਨ ਕੀਤਾ ਹੈ, ਨਾ ਇਸ ਨੇ ਦਿਲਦਾਰੀ ਕੀਤੀ, ਨਾ ਹੀ ਉਹ ਹਰਜਾਈ ਸੀ। ਇਸ ਦਾ ਵਸਲ ਹਜਰ ਦਾ हिजर ਹੌਂਕਾ हिजर ਹੌਂਕਾ ਦਰਦਾਂ ਭਰੀ ਵਿਦਾਈ ਸੀ। वाह, बहुत जबरदस्त, बहुत आला, बहुत ਔਖੀਆਂ ਚੀਜ਼ਾਂ ਜਿਹੜੀਆਂ ਨੇ ਨਾ ਸ਼ੁਰੂ ਦੇ ਵਿੱਚ ਜਿਹੜੀਆਂ ਲੱਗਦੀਆਂ ਉਹ ਤੁਸੀਂ ਪੜ੍ਹੀਆਂ। ਇਹ ਹੈ ਨਾ ਜੀ, ਨਾ ਉਸਨੇ, ਮੈਨੂੰ ਤਾਂ ਇਹ ਲੱਗਦਾ ਹੈ ਕਿ ਇਹ ਲਫ਼ਜ਼ ਉਸ ਹੋਏਗਾ। ਠੀਕ ਹੈ, ਨਾ ਉਸਨੇ, ਕਿਸੇ ਦੇ ਬਾਰੇ ਗੱਲ ਹੋ ਰਹੀ ਹੈ ਨਾ। ਹਾਂਜੀ ਹਾਂਜੀ, ਨਾ ਉਸਨੇ ਦਿਲਦਾਰੀ ਕੀਤੀ, ਨਾ ਹੀ ਉਹ ਹਰਜਾਈ ਸੀ। ਉਸਦਾ ਵਸਲ ਹਿਜਰ ਦਾ ਹੌਕਾ, ਦਰਦਾਂ ਭਰੀ ਜੁਦਾਈ ਸੀ। ਬਹੁਤ ਜ਼ਬਰਦਸਤ। ਵਸਲ ਦਾ ਕੀ ਮਤਲਬ ਕੀਤਾ? ਇਹ ਕੀ ਮਤਲਬ ਹੈ ਵਸਲ? ਵਸਲ ਹੈ ਜੀ ਮਿਲਾਪ, ਇੱਕ Oh, ਹੋਣਾ। right, ਠੀਕ ਹੈ। ਤੇ ਠੀਕ, ਬਹੁਤ ਆਲਾ। ਤੇ ਇਹਨੂੰ ਮੈਂ ਕਰਨਾ ਜਸਪ੍ਰੀਤ ਕੁਝ ਪੜ੍ਹਨਗੇ। ਜਸਪ੍ਰੀਤ ਹੈਗੇ ਆਪਾਂ, ਮੇਰਾ ਖਿਆਲ ਬਿਜ਼ੀ ਕਿ ਨਹੀਂ? ਜਸਪ੍ਰੀਤ ਦੱਸੋ। ਮੈਨੂੰ ਲੱਗਦਾ ਕਿ ਤੇਰੇ ਬਿਜ਼ੀ ਨੇ। ਤੇ ਅਮਰਦੀਪ ਨੇ ਹੋਰ ਪੜ੍ਹਨਾ? ਮੈਂ ਕਿਹਾ ਅਮਰਦੀਪ ਨੇ ਹੋਰ ਪੜ੍ਹਨਾ? ਨਹੀਂ, ਇੰਨੀ ਸਪੀਡ ਤੇ ਮੈਂ ਨਹੀਂ ਪੜ ਸਕਦਾ ਅਜੇ। ਨਹੀਂ, ਥੋੜੀ ਜਿਹੀ ਹੋਰ ਹੌਲੀ ਹੌਲੀ ਕਰ ਲਾਂਗੇ। ਇਹ ਤਾਂ ਮੇਰੇ ਤੋਂ ਫੋਲੋ ਵੀ ਨਹੀਂ ਹੋਇਆ। ਮੇਰੇ ਤੋਂ ਬਾਅਦ ਚ ਬੈਠ ਕੇ ਪੜੂੰਗਾ ਇਹਨੂੰ ਮੈਂ ਹੌਲੀ ਹੌਲੀ। ਅੱਛਾ, ਹੁਣ ਜਿਹੜੇ ਪਹਿਲੇ ਸ਼ੇਅਰ ਹੋਏ ਨੇ, ਇਹਨਾਂ ਤੋਂ ਇਲਾਵਾ ਹੋਰ ਸ਼ੇਅਰ ਕਰਨ ਦੀ ਲੋੜ ਹੈ ਜਾਂ ਇਹੀ ਨੇ ਅਸੀਂ ਅਗਲੀ ਦਫਾ ਰੱਖੀਏ, ਇਹਨਾਂ ਚ ਹੀ ਪੜ੍ਹੀਏ? ਇਹਨਾਂ ਚੋਂ ਆਈ ਥਿੰਕ ਕੰਪਲੀਟ ਕਰ ਲਈਏ ਇਹਨਾਂ ਨੂੰ, ਕਾਫੀ ਹੈ ਇਹ ਕਾਫੀ ਹੈ। ਠੀਕ ਹੈ ਜੀ, ਠੀਕ ਹੈ। ਹਾਂ, ਮਤਲਬ 3-4 ਲੋਕ ਤੇ ਅਸੀਂ। ਹਾਂ, ਤੇ ਫਿਰ ਇੱਥੇ ਅਸੀਂ ਵਾਈਂਡ ਅਪ ਕਰੀਏ ਅੱਜ। ਠੀਕ ਹੈ, ਹਾਂਜੀ ਕਰ ਸਕਦੇ। ਅੱਜ ਦੀ ਕਲਾਸ ਦੇ ਬਾਰੇ ਕੈਸੀ ਲੱਗੀ ਤੁਹਾਨੂੰ ਦੱਸੋ। ਅੱਜ ਮੈਂ ਕਾਫੀ ਇੰਜੋਏ ਕੀਤੀ ਹੈ। ਅੱਗੇ ਚੱਲੇ ਹਾਂ ਅਸੀਂ। ਹਾਂ, ਹੁਣ ਅਸੀਂ ਮੇਰਾ ਖਿਆਲ ਹੈ ਕਿ ਕੋਈ ਅਲਾਮਤਾਂ ਐਸੀਆਂ ਨਹੀਂ ਹੈ ਜਿਹੜੀਆਂ ਪੰਜਾਬੀ ਦੇ ਵਿੱਚ ਜ਼ਿਆਦਾ ਵਰਤੀਆਂ ਜਾਂਦੀਆਂ ਹੋਣ। ਅਸੀਂ ਰੀਡਿੰਗਸ ਦਾ ਹੀ ਅੱਗੇ ਤਰੀਕਾ ਰੱਖਦੇ ਹਾਂ, ਮੁਖਤਲਿਫ ਚੀਜ਼ਾਂ ਪੜ੍ਹੀਏ, ਨਵੀਆਂ ਔਰ ਪੁਰਾਣੀਆਂ। ਔਰ ਇਹ ਜਿਹੜੀਆਂ ਅੱਜ ਅਸੀਂ ਪੜ੍ਹੀਆਂ ਨੇ ਜਾਂ ਸ਼ੇਅਰ ਕੀਤੀਆਂ ਨੇ, ਇਹ ਤੇ ਹੈਗੇ ਜਿਹੜੀਆਂ ਕੰਪਿਊਟਰਾਈਜ਼ ਟਾਈਪ ਹੋਈਆਂ। ਅਸੀਂ ਕੋਸ਼ਿਸ਼ ਕਰਾਂਗੇ ਕਿ ਬਾਅਦ ਵਿੱਚ ਜਿਹੜੀ ਹੱਥ ਲਿਖੀਆਂ ਹੋਈਆਂ ਨੇ ਚੀਜ਼ਾਂ ਚਾਮੁਖੀ, ਉਹ ਵੀ ਨਾਲ ਨਾਲ ਪੜ੍ਹੀਏ। ਉਹਦੇ ਫਰਕ ਕੋਈ ਨਹੀਂ ਹੋਏਗਾ, ਸਿਰਫ ਹੈ ਕਿ ਉਹਦੀ ਵੀ ਆਦਤ ਸਾਨੂੰ ਹੋਵੇ। ਥੋੜਾ ਬਹੁਤਾ ਫਰਕ ਹੋਏਗਾ, ਜਿਸ ਤਰ੍ਹਾਂ ਹੱਥ ਲਿਖਣ ਦਾ ਕੰਪਿਊਟਰ ਵਿੱਚ ਲਿਖੇਗਾ, ਉਹ ਵੀ ਅਸੀਂ ਸ਼ਾਮਿਲ ਕਰਾਂਗੇ। ਅਸੀਂ ਰੀਡਿੰਗ ਕਰਾਂਗੇ, ਰੀਡਿੰਗ ਦੇ ਨਾਲ ਫਿਰ ਅਸੀਂ ਰਾਈਟਿੰਗ ਵੀ ਸ਼ੁਰੂ ਕਰਾਂਗੇ। ਚਾਹੇ ਉਹ ਅਸੀਂ ਕੰਪਿਊਟਰ ਤੇ ਕਰੀਏ, ਚਾਹੇ ਹੱਥ ਨਾਲ ਕਰੀਏ, ਜਿਹੜੀ ਵੀ ਤਰੀਕੇ ਨਾਲ ਕਰੀਏ। ਕੰਪਿਊਟਰ ਤੇ ਵੀ ਕਰੀਏ, ਠੀਕ ਹੈ, ਕੋਈ ਨਹੀਂ। ਫਿਰ ਅਸੀਂ ਵਾਈਂਡ ਅਪ ਕਰੀਏ ਅੱਜ। ਅੱਛਾ ਅਮਰਦੀਪ, ਹਾਂ ਤੁਸੀਂ ਵੀ ਦੱਸੋ ਅਮਰਦੀਪ ਆਪਣਾ ਨਿਊਜ਼ ਅੱਜ ਦੀ। ਹਾਂਜੀ, ਨਹੀਂ ਅੱਜ ਦਾ ਵਧੀਆ ਸੀਗਾ। ਮਤਲਬ ਇੱਕ ਉਹ ਹੈ ਕਿ ਚਲੋ ਸਾਰਾ ਕੰਪਲੀਟ ਹੋ ਗਿਆ ਜੋ ਵੀ ਆਪਾਂ ਉਹ ਸੀਗਾ ਬੇਸਿਕ। ਹੁਣ ਅੱਗੇ ਰੀਡਿੰਗ ਹੈ, ਬਟ ਥੋੜੀ ਪ੍ਰੈਕਟਿਸ ਚਾਹੀਦੀ ਹੈ। ਮਤਲਬ ਜਿੱਦਾਂ ਇਹ ਪੜ੍ਹ ਰਹੇ ਸੀ ਤਾਂ ਮੈਂ ਮਤਲਬ ਪੂਰਾ ਨਹੀਂ ਫੋਲੋ ਕੀਤਾ, ਵਿੱਚ ਵਿੱਚ ਗਾਇਬ ਹੋ ਜਾਂਦਾ ਸੀ। ਜਿੱਦਾਂ ਜਦੋਂ ਜਿੱਥੇ ਤੇਜ਼ ਪੜ੍ਹਿਆ ਤੇ ਉਹ ਮਿਸ ਹੋ ਜਾਂਦਾ ਫਿਰ। ਹਾਂ ਠੀਕ ਹੈ। ਲੇਕਿਨ ਤੁਸੀਂ ਵੀ ਦੇਖੋ ਹੁਣ ਇਹ ਸਾਰਾ ਜਿਹੜਾ ਇਹਨਾਂ ਨੇ ਗੁਰਦਾਸ ਹੋਰਾਂ ਪੜ੍ਹਿਆ, ਪੂਰਾ ਪੇਜ ਪੜ੍ਹਿਆ, ਇਹਦੇ ਵਿੱਚ ਬਹੁਤ ਜ਼ਿਆਦਾ ਅਲਾਮਤਾਂ ਦਾ ਘੱਟ ਵਰਤੋਂ ਕੀਤੀ ਗਈ ਹੈ, ਲੇਕਿਨ ਪੜ੍ਹਨ ਦੇ ਵਿੱਚ ਤੁਸੀਂ ਠੀਕ ਪੜ੍ਹਿਆ। ਇਹੀ ਹੈ ਬਸ ਅੰਡਰਸਟੈਂਡਿੰਗ। ਇਹੀ ਹੈ ਲਫ਼ਜ਼, ਤੁਹਾਨੂੰ ਸਹੀ ਪਤਾ ਚੱਲ ਜਾਏਗਾ ਕਿ ਇਹ ਲਫ਼ਜ਼ ਕੀ ਹੈ। ਉਹ ਕੰਟੈਕਸਟ ਤੋਂ ਆ, ਜਿੱਦਾਂ ਹਨ ਜਾਂ ਸੈਂਟਰ ਤੁਸੀਂ ਪੜ੍ਹਦੇ ਹੋ, ਕੰਟੈਕਸਟ ਤੋਂ ਆ। ਤੇ ਮੈਂ ਬਹੁਤ ਚਿਰ ਕੋਸ਼ਿਸ਼ ਕੀਤੀ ਹੈ ਨਾ ਅੰਡਰਸਟੈਂਡ ਕਰਨ ਦੀ, ਏ ਤੇ ਈ ਦੀ। ਇੱਥੋਂ ਮੈਨੂੰ ਬਹੁਤ ਭੁਲੇਖਾ ਪੈ ਜਾਂਦਾ ਹੈ ਨਾ। ਤੇ ਪਰ ਹੁਣ ਮੈਂ ਮੰਨ ਲਿਆ ਵੀ ਇਹ ਕੰਟੈਕਸਟ ਤੋਂ ਹੀ ਆ, ਇਹਦਾ ਕੋਈ ਰੂਲ ਹੈ ਨਹੀਂਗਾ ਹਨਾ। ਤੇ ਜੇ ਮੈਂ ਉਧਰ ਜਿੱਦਾਂ ਹੁਣ ਆਪਣਾ.o ਗਿਆ, ਉੱਥੇ ਸ਼ਾਹਮੁਖ ਦੀਆਂ ਕਿਤਾਬਾਂ ਵੀ ਹੈਗੀਆਂ ਆ, ਜਾਂ ਕਾਦਰ ਯਾਰ ਦੀ ਵੀ ਕੋਸ਼ਿਸ਼ ਕੀਤੀ ਸੀਗੀ ਨਾ ਕਿੱਸਾ ਪੜ੍ਹਨੇ ਦੀ। ਉਹਦੇ ਚ ਜਿਹੜੀ ਅਲਾਮਤਾਂ ਆਪਾਂ ਗੱਲ ਕਰਦੇ ਹਾਂ, ਬਹੁਤੀਆਂ ਹੈ ਨਹੀਂ ਜੀ, ਨਹੀਂ ਪਾਈਆਂ ਜਾਂਦੀਆਂ।
ਲਿਖੀਆਂ ਨਹੀਂ ਜਾਂਦੀਆਂ ਉਹ ਉੱਥੇ ਫਿਰ ਮੈਂ ਸਟਰਗਲ ਕਰਦਾ ਸੀ, ਪਰ ਹੁਣ ਮੈਨੂੰ ਜਿੱਦਾਂ ਪਤਾ ਲੱਗ ਗਿਆ ਤੇ ਕੰਟੈਕਸਟ ਤੋਂ ਆ, ਜੇ ਪਹਿਲੇ ਹਾਂ। ਲਫ਼ਜ਼ ਤੋਂ ਨਹੀਂ ਪਤਾ ਲੱਗਦਾ ਤੁਸੀਂ ਦੂਜਾ ਲਫ਼ਜ਼ ਪੜ੍ਹ ਲਓ ਹਾਂ। ਤੇ ਪਹਿਲੇ ਦਾ ਪਤਾ ਲੱਗ ਜਾਣਾ, ਜਿੱਦਾਂ ਇੰਝ ਹੀ ਹੈ, ਹਨਾ ਇੰਝ ਹੀ ਹੈ। ਟਕਰਾਵੀ ਜਿੱਦਾਂ ਤੁਸੀਂ ਕਿਹਾ ਹਨਾ, ਟਕਰਾਵੇ ਢੰਗ, ਇਹ ਤੋਂ ਫਿਰ ਏਦਾਂ ਪਤਾ ਲੱਗਦਾ। ਇਹ ਇਹਨਾਂ ਕਲਾਸਾਂ ਨਾਲ ਫਿਰ ਮੈਨੂੰ ਹੈਲਪ ਹੁੰਦੀ ਹੈ, ਮਦਦ ਹਾਂਜੀ, ਹੁੰਦੀ ਠੀਕ ਹੈ, ਮਿਹਰਬਾਨੀ ਆਉਂਦੀ ਜਾਏਗੀ ਹੌਲੀ ਹੌਲੀ ਪੜ੍ਹਨ ਨਾਲ। ਇਹਦਾ ਵੀ ਹੈਲਪ ਹੈ ਜਿਹੜਾ ਤੁਸੀਂ ਹੁਣ ਸੁਣਦੇ ਆ ਹਨਾ, ਕੋਈ ਕਰਕੇ ਜਦ ਆਪ ਟਰਾਈ ਕਰੋ, ਕੋਈ ਹਾਂ। ਦੱਸਣੇ ਨੂੰ ਤਾਂ ਹੈ ਹੀ ਨਹੀਂ ਹੈਗਾ ਵੀ ਤੁਸੀਂ ਸਹੀ ਕਹਿ ਰਹੇ ਆ ਜਾਂ ਗਲਤ ਕਹਿ ਰਹੇ ਆ। ਹਾਂ, ਤੇ ਸੋ ਇਹ ਵੀ ਜਿੱਦਾਂ ਵੈਰੀ ਬੈਨੀਫੀਸ਼ੀਅਲ ਹੈ ਹਨਾ, ਬਹੁਤ। ਠੀਕ ਹੈ, ਠੀਕ ਹੈ। ਤੁਸੀਂ ਆਪਣੇ ਤਾਈਂ ਇਹਨਾਂ ਚੀਜ਼ਾਂ ਤੋਂ ਇਲਾਵਾ ਵੀ ਕੋਈ ਚੀਜ਼ ਪੜ੍ਹਨ ਦੀ ਟਰਾਈ ਕਰ ਸਕਦੇ ਹੋ, ਉਹਦੇ 'ਚ ਜਿਹੜੇ ਪ੍ਰੋਬਲਮਸ ਆਉਣ ਉਹ ਤੁਸੀਂ ਨੋਟ ਕਰ ਲਓ, ਫਿਰ ਅਸੀਂ ਡਿਸਕਸ ਕਰ ਲੈਂਦੇ ਹਾਂ, ਕਲਾਸ ਕਰ ਲਾਂਗੇ। ਠੀਕ ਹੈ। ਤੇ ਤੁਹਾਡੇ ਕੋਲ ਸ਼ਾਇਦ ਕੁਸ਼ਾਮੁਖੀ ਦੀਆਂ ਕਿਤਾਬਾਂ ਵੀ ਹੋਣ, ਲੇਕਿਨ ਕਿ ਆਨਲਾਈਨ ਬਹੁਤ ਕੁਛ ਹੈਗਾ, ਆਪਣਾ .org ਵਾਲੇ ਉਹਨਾਂ ਕੋਲ ਤੇ ਬਹੁਤ ਜ਼ਿਆਦਾ ਕੁਛ ਹੈਗਾ। ਹਾਂਜੀ ਹਾਂਜੀ, ਹਾਂ, ਉੱਥੇ ਤੁਸੀਂ ਕੋਈ ਚੀਜ਼ ਸ਼ਾਮੁਖੀ ਦੀ ਤੁਸੀਂ ਪੜ੍ਹ ਸਕਦੇ ਹੋ, ਨਵੀਂ ਚੀਜ਼, ਪੁਰਾਣੀ ਚੀਜ਼। ਅਸੀਂ ਕਲਾਸਿਕ ਚੋਂ ਵੀ ਪੜਾਂਗੇ ਥੋੜਾ ਜਿਹਾ ਅੱਗੇ ਜਾ ਕੇ, ਕਲਾਸਿਕ, ਹਾਂ ਕਲਾਸਿਕ ਵੀ ਅਸੀਂ ਪੜ੍ਹਨੀ ਹੈ, ਉਹਦੀਆਂ ਵੀ ਚੀਜ਼ਾਂ ਸ਼ੇਅਰ ਕਰਾਂਗੇ, ਬਾਰਿਸ਼ਾਂ ਵੀ ਅਸੀਂ ਪੜਾਂਗੇ, ਫਰੀਦ ਵੀ ਦੇਖਾਂਗੇ, ਹੋਰ ਚੀਜ਼ਾਂ। ਤੇ ਦਿਲ ਕਰੇ ਤੇ ਤੁਸੀਂ ਉਹਨਾਂ ਨੂੰ ਆਪਣਾ ਵਾਲਿਆਂ ਦੀ ਕੋਈ ਵੀ ਚੀਜ਼ ਪੜ੍ਹਨ ਦੀ ਕੋਸ਼ਿਸ਼ ਕਰ ਸਕਦੇ ਹੋ, ਟਰਾਈ ਕਰ ਸਕਦੇ ਹੋ, ਫਿਰ ਦੇਖ ਸਕਦੇ ਹੋ ਕਿ ਕਿਹੜੇ ਕਿਹੜੇ ਚੀਜ਼ਾਂ ਪ੍ਰੋਬਲਮ ਦੇ ਰਹੀਆਂ। ਠੀਕ ਹੈ। ਹਾਂ, ਉਹ ਤੁਸੀਂ ਨੋਟ ਕਰ ਲਓ, ਦੱਸ ਦਿਓ, ਉਹ ਡਿਸਕਸ ਕਰ ਲਾਂਗੇ। ਠੀਕ ਠੀਕ, ਇਜਾਜ਼ਤ ਠੀਕ ਹੈ। ਲਈਏ। ਠੀਕ ਠੀਕ ਹੈ, ਹਾਂਜੀ, ਓਕੇ, ਓਕੇ ਹੈ, ਆਲਰਾਈਟ, ਥੈਂਕ ਯੂ, ਗੁੱਡ ਨਾਈਟ। ਓਕੇ ਬਾਏ।